Dear students, let us recall the last lecture, which was about derivation of differential equation for simple harmonic electrical oscillator. ਅਸੀਂ ਇੱਕ ਚਾਰਜਡ ਕਪੈਸਿਟਰ ਨੂੰ ਕਨੈਕਟ ਕੀਤਾ ਸੀ ਅਕ੍ਰੋਸ ਇੰਡਕਟਰ, ਦੈਨ ਇਟ ਵਾਜ਼ ਅਲਾਉਡ ਟੂ ਡਿਸਚਾਰਜ। ਜਿਹੜਾ ਚਾਰਜ ਕਪੈਸਿਟਰ ਤੇ ਕਿਸੇ ਵੀ ਇਨਸਟੈਂਟ ਤੇ ਸਾਨੂੰ ਮਿਲਦਾ, ਉਹਦੀ ਵੈਲਿਊ ਅਸੀਂ Q ਲੈ ਕੇ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਡਰਾਈਵ ਕੀਤੀ ਸੀ। ਉਹ ਜਿਹੜੀ ਇਕੁਏਸ਼ਨ ਹੈਗੀ ਹੈ ਉਹ ਸਾਡੇ ਕੋਲ ਇਹ ਬਣ ਰਹੀ ਹੈ d2q dt2 plus 1 upon LC Q is equal to 0। ਇਹਦੇ ਵਿੱਚ 1 by LC ਇੱਕ ਕੌਨਸਟੈਂਟ ਹੈ। ਜਿਹੜਾ ਇਸ ਟੈਂਕ ਸਰਕਟ ਦਾ ਜਿਹੜਾ ਇਹ LC ਸਰਕਟ ਹੈ, ਇਸ LC ਸਰਕਟ ਦੀ ਫ੍ਰੀਕੁਐਂਸੀ ਬਣਾਉਂਦਾ ਹੈ। ਇਸ ਕਰਕੇ ਕਿਉਂਕਿ L ਜਿਹੜਾ ਹੈਗਾ ਇਟ ਇਜ਼ ਏ ਕੌਨਸਟੈਂਟ, C is also constant, their ratio will also be constant। ਇਹਦਾ ਮਤਲਬ ਜਿਹੜਾ ਅਸੀਂ ਇੱਕ LC ਸਰਕਟ ਚੂਜ਼ ਕਰ ਲਿਆ, ਉਹਦੀ ਜਿਹੜੀ ਫ੍ਰੀਕੁਐਂਸੀ ਆਫ ਔਸੀਲੇਸ਼ਨ ਹੈ, ਚਾਰਜ ਦੀ ਔਸੀਲੇਟ ਕਰਨ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਵੀ ਆਟੋਮੈਟਿਕਲੀ ਕੌਨਸਟੈਂਟ ਹੋ ਗਈ। ਓਮੇਗਾ ਨॉट ਸਕੁਅਰ ਇਜ਼ ਇਕੁਅਲ ਟੂ 1 ਅਪੋਨ LC। ਇਹ ਸਾਡੇ ਕੋਲ ਇੱਕ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ ਇਹਦੀ ਫਾਰ ਇਲੈਕਟ੍ਰੀਕਲ ਔਸੀਲੇਟਰ। ਕਿੱਥੋਂ ਬਣੀ ਹੈ? ਫਰੋਮ ਐਨ LC ਸਰਕਟ, ਇੰਡਕਟਰ capacitor circuit। Now we shall start from solution of this differential equation। This solution is given on page number 11। Let us shift to page number 11। This is the solution of differential equation ਜਿਸ ਦੀ ਅਸੀਂ ਹੁਣੇ ਹੀ ਗੱਲ ਕੀਤੀ ਹੈ। ਉਹਦਾ ਅਸੀਂ ਸੋਲੂਸ਼ਨ ਇੱਥੇ ਡਿਸਕਸ ਕੀਤਾ ਹੈ। ਇਟ ਇਜ਼ ਕੰਟੀਨਿਊਡ ਫਰੋਮ ਪੇਜ ਨੰਬਰ 7। ਉਹੀ ਡਿਫਰੈਂਸ਼ੀਅਲ ਇਕੁਏਸ਼ਨ ਅਸੀਂ ਰੀਰਾਈਟ ਕੀਤੀ ਹੈ। ਇੱਥੇ ਸਾਡੇ ਕੋਲ ਕਿਹੜੀ ਚੀਜ਼ ਵੇਰੀ ਕਰ ਰਹੀ ਹੈ? Q ਇੱਕ ਵੇਰੀਏਬਲ ਹੈ। ਇਟ ਇਜ਼ ਵੇਰੀਇੰਗ ਵਿਦ ਟਾਈਮ। ਕਿੱਥੇ ਵੇਰੀ ਕਰ ਰਿਹਾ? ਔਨ ਦਾ ਪਲੇਟਸ ਆਫ ਕੈਪੈਸਿਟਰ। ਕਿਸ ਤਰ੍ਹਾਂ? ਬੈਕ ਐਂਡ ਫੋਰਥ। ਇਸ ਕਰਕੇ ਜਿਹੜਾ Q ਹੈ, ਕਿਉਂਕਿ ਬੈਕ ਫੋਰਥ, ਬੈਕ ਮਤਲਬ ਇੱਕ ਪਲੇਟ ਤੇ ਕੁਝ ਸਮੇਂ ਲਈ ਪੋਜ਼ਿਟਿਵ ਚਾਰਜ ਰਹਿੰਦਾ, ਫਿਰ ਕੈਪੈਸਿਟਰ ਪੂਰੇ ਦੇ ਪੂਰਾ ਡਿਸਚਾਰਜ ਹੋ ਜਾਂਦਾ ਹੈ। ਉਸ ਤੋਂ ਬਾਅਦ ਚਾਰਜ ਉੱਤੇ ਨੈਗੇਟਿਵ ਚਾਰਜ ਗਰੋ ਕਰਦਾ ਹੈ। ਡਿਸਚਾਰਜ ਹੋਣ ਤੋਂ ਬਾਅਦ ਫਿਰ ਉਸੇ ਪਲੇਟ ਤੇ ਪੋਜ਼ਿਟਿਵ ਚਾਰਜ ਆਉਂਦਾ। ਮਤਲਬ ਕੁਝ ਸਮੇਂ ਲਈ ਇੱਕ ਪਲੇਟ ਤੇ ਪੋਜ਼ਿਟਿਵ ਚਾਰਜ ਹੈ, ਫਿਰ ਉਸ ਪਲੇਟ ਤੇ ਨੈਗੇਟਿਵ ਚਾਰਜ ਹੈ, ਇੱਕ ਵਾਰੀ ਫਿਰ ਉਸ ਪਲੇਟ ਤੇ ਪੋਜ਼ਿਟਿਵ ਚਾਰਜ ਆਉਂਦਾ ਹੈ। ਇਹ ਜਿਹੜੇ ਸਾਈਕਲਸ ਨੇ ਉਹ ਰਿਪੀਟ ਹੋ ਰਹੇ ਨੇ। ਇਸ ਨੂੰ ਅਸੀਂ ਬੈਕ ਐਂਡ ਫੋਰਥ ਬਿਹੇਵੀਅਰ ਕਹਿੰਦੇ ਆ। ਕਿਹੜੀ ਚੀਜ਼ ਬੈਕ ਐਂਡ ਫੋਰਥ ਬਿਹੇਵ ਕਰ ਰਹੀ ਹੈ? ਚਾਰਜ। ਦੇਅਰਫੋਰ ਚਾਰਜ ਇਜ਼ ਸੈਡ ਟੂ ਬੀ ਔਸੀਲੇਟਿੰਗ। ਇਹ ਸਰਕਟ ਤੋਂ ਦੇ ਵਿੱਚ ਅਸੀਂ ਕੀ ਡਿਸਕਸ ਕੀਤਾ ਸੀ? ਐਕਸਚੇਂਜ ਆਫ ਐਨਰਜੀਜ਼ ਟੇਕਸ ਪਲੇਸ। ਕਿਹੜੀਆਂ ਦੋ ਐਨਰਜੀ ਦੇ ਵਿੱਚ ਐਕਸਚੇਂਜ ਹੁੰਦਾ? ਮਿਊਚੁਅਲ ਐਕਸਚੇਂਜ ਹੁੰਦਾ ਹੈ ਬਿਟਵੀਨ ਇਲੈਕਟ੍ਰਿਕ ਐਨਰਜੀ ਐਂਡ ਮੈਗਨੈਟਿਕ ਫੀਲਡ ਐਨਰਜੀ। ਇਲੈਕਟ੍ਰਿਕ ਫੀਲਡ ਐਨਰਜੀ ਕਿੱਥੇ ਸਟੋਰ ਹੋਈ ਹੁੰਦੀ ਹੈ? ਬਿਟਵੀਨ ਦਾ ਪਲੇਟਸ ਆਫ ਕੈਪੈਸਿਟਰ ਇਨ ਦਾ ਫਾਰਮ ਆਫ ਇਲੈਕਟ੍ਰਿਕ ਫੀਲਡ। ਮੈਗਨੈਟਿਕ ਫੀਲਡ ਐਨਰਜੀ ਕਿੱਥੇ ਮਿਲਦੀ ਹੁੰਦੀ ਹੈ ਇਸ ਸਰਕਟ ਦੇ ਵਿੱਚ? ਵਿਦਿਨ ਐਂਡ ਆਊਟਸਾਈਡ ਦਾ ਸਪੇਸ ਆਫ ਦਾ ਇੰਡਕਟਰ। ਕਿਉਂ ਬਣਦੀ ਹੈ ਮੈਗਨੈਟਿਕ ਫੀਲਡ ਐਨਰਜੀ? from we can take recourse to magnetic electromagnetic induction, Faraday law of electromagnetic induction। ਇਹ ਸਾਰਾ ਅਸੀਂ ਡਿਸਕਸ ਕੀਤਾ ਹੋਇਆ। ਅਸੀਂ ਇੱਕਦਮ ਇਹਦਾ ਸੋਲੂਸ਼ਨ ਦੀ ਗੱਲ ਕਰ ਰਹੇ ਹਾਂ। ਇਹ ਸਾਡੇ ਕੋਲ ਡਿਫਰੈਂਸ਼ੀਅਲ ਇਕੁਏਸ਼ਨ ਹੈ, ਬਿਲਕੁਲ ਉਸੇ ਇਕੁਇਵਲੈਂਟ ਮੈਥਡ ਜਿਸ ਨਾਲ ਅਸੀਂ ਮਕੈਨੀਕਲ ਔਸੀਲੇਟਰ ਦਾ ਸੋਲੂਸ਼ਨ ਪਤਾ ਕੀਤਾ ਸੀ, ਜਿਹਦੇ ਲਈ ਇਕੁਏਸ਼ਨ ਸੀ d2x dt2 ਪਲੱਸ ਓਮੇਗਾ ਸਕੇਅਰ ਜਾਂ ਓਮੇਗਾ ਨॉट ਸਕੇਅਰ x। ਇੱਥੇ x ਜਗ੍ਹਾ ਤੇ Q ਆ ਗਿਆ, ਬਾਕੀ ਸਾਰਾ ਕੁਝ ਉਸ ਤਰ੍ਹਾਂ ਹੀ ਹੈ। dt ਨੂੰ ਅਸੀਂ d ਪੁੱਟ ਕੀਤਾ, ਸਾਡੇ ਕੋਲ ਇਹ ਇਕੁਏਸ਼ਨ ਬਣ ਗਈ ਜਿਹਦੇ ਵਿੱਚ ਦੋ ਫੈਕਟਰਸ ਨੇ। ਇੱਕ ਬ੍ਰੈਕਟ ਦੇ ਅੰਦਰ ਫੈਕਟਰ ਦੇਖ ਰਿਹਾ, ਦੂਸਰਾ Q ਹੈ। ਦੋਨੇ ਫੈਕਟਰਸ ਦਾ ਪ੍ਰੋਡਕਟ 0 ਹੈ।
एक फैक्टर घट्टो घट 0 होएगा, बट वी नो क्यू कैन नॉट बी 0 परमानेंटली, क्योंकि जे क्यू 0 ਇਹਦਾ ਮਤਲਬ ਅਸੀਂ LC ਸਰਕਟ ਦੇ ਨਾਲ ਜਿਹੜਾ ਕੈਪੈਸਿਟਰ ਕਨੈਕਟ ਕੀਤਾ ਹੋਇਆ ਉਹ ਚਾਰਜ ਕੀਤੇ ਤੋਂ ਬਿਨਾਂ ਹੀ ਕਨੈਕਟ ਕਰਤਾ। ਜੇ ਅਸੀਂ ਚਾਰਜ ਦਿੱਤਾ ਹੀ ਨਹੀਂ ਦੈਨ ਵਟ ਵਿਲ ਔਸੀਲੇਟ, ਚਾਰਜ ਵਿਲ ਨਾਟ ਔਸੀਲੇਟ। ਇਸ ਕਰਕੇ ਸਾਨੂੰ LC ਔਸੀਲੇਸ਼ਨਸ ਲੈਣ ਦੇ ਲਈ ਪ੍ਰੀ ਕੰਡੀਸ਼ਨ ਕੀ ਹੈ, ਵੀ ਹੈਵ ਟੂ ਕਨੈਕਟ ਏ ਚਾਰਜ ਕੈਪੈਸਿਟਰ ਅਕ੍ਰੋਸ ਐਨ ਇੰਡਕਟਰ। ਉਹੀ ਚਾਰਜ ਨੇ ਫਿਰ ਬਾਅਦ ਦੇ ਵਿੱਚ ਔਸੀਲੇਟ ਹੋਣਾ। ਕਿਸੇ ਇੱਕ ਇਨਸਟੈਂਟ ਤੇ Q ਦੀ ਵੈਲਿਊ 0 ਹੋ ਸਕਦੀ ਹੈ ਬਟ ਨਾਟ ਪਰਮਾਨੈਂਟਲੀ। ਸਿੰਸ Q ਨੋਟ ਇਜ਼ ਇਕੁਅਲ ਟੂ 0 ਤਾਂ ਆਹ ਫੈਕਟਰ ਨੂੰ 0 ਹੋਣਾ ਪਏਗਾ। ਇਸ ਇਕੁਏਸ਼ਨ ਰਾਹੀਂ ਸਾਡੇ ਕੋਲੇ D ਦੀਆਂ ਦੋ ਵੈਲਿਊਜ਼ ਆ ਜਾਂਦੀਆਂ ਨੇ, D ਸਕੁਅਰ ਇਜ਼ ਇਕੁਅਲ ਟੂ ਮਾਈਨਸ ਓਮੇਗਾ ਨੋਟ ਸਕੁਅਰ, -1 ਨੂੰ ਅਸੀਂ I ਸਕੁਅਰ ਪੁੱਟ ਕਰ ਲਿਆ ਤਾਂ I ਸਕੁਅਰ ਓਮੇਗਾ ਨੋਟ ਸਕੁਅਰ। I ਅਸਲ 'ਚ ਆਇਓਟਾ ਹੈਗਾ ਹੈ। ਕੰਪਲੈਕਸ ਸਿਸਟਮ ਦੇ ਅੰਦਰ -1 ਦੀ ਜਿਹੜੀ ਵੈਲਿਊ ਹੈ ਇਹਦੇ ਵਿੱਚ ਅਸੀਂ ਇਹਨੂੰ ਆਇਓਟਾ ਸਕੁਅਰ ਚੂਜ਼ ਕਰਦੇ ਹਾਂ ਜਾਂ ਜੇ ਸਕੁਅਰ, ਕਈ ਬੁੱਕਸ ਵਿੱਚ ਇਹਨੂੰ ਜੇ ਸਿੰਬਲ ਲੈਂਦੇ ਹਾਂ, ਜੇ ਸਕੁਅਰ ਲੈਂਦੇ ਹਾਂ। Therefore from this D is equal to plus minus D is equal to plus minus I omega naught, iota omega naught। ਤਾਂ D ਦੇ ਦੋ ਰੂਟਸ ਨੇ, ਇੱਕ ਪਲੱਸ ਸਾਈਨ ਨਾਲ ਤੇ ਇੱਕ ਮਾਈਨਸ ਸਾਈਨ ਨਾਲ। ਇੱਕ ਰੂਟ ਨੂੰ ਅਸੀਂ ਅਲਫਾ ਕਹਿ ਲੈਂਦੇ ਹਾਂ, ਦੂਸਰੇ ਨੂੰ ਅਸੀਂ ਬੀਟਾ ਕਹਿ ਲੈਂਦੇ ਹਾਂ। ਤਾਂ ਆਹ ਜਿਹੜੀ ਇਕੁਏਸ਼ਨ ਦਾ ਅਸੀਂ ਸੋਲੂਸ਼ਨ ਪਤਾ ਕਰ ਰਹੇ ਹਾਂ ਉਹਦਾ ਜਨਰਲ ਸੋਲੂਸ਼ਨ ਕੀ ਹੁੰਦਾ ਹੈ, Q is equal to A e raised to power alpha t, ਅਲਫਾ ਇੱਥੇ ਕੀ ਹੈ I omega naught, प्लस B e ਦੇ ਇਸ ਪਾਵਰ ਬੀਟਾ ਟੀ। ਬੀਟਾ ਹੁਣ ਦੂਸਰਾ ਰੂਟ ਕੀ ਹੈ D ਦਾ, ਮਾਈਨਸ ਆਇਓਟਾ ਓਮੇਗਾ ਨੋਟ। ਆਹ ਇਕੁਏਸ਼ਨ ਬਣ ਜਾਂਦੀ ਹੈ। ਇੱਥੋਂ ਅਸੀਂ ਉਹੀ ਟ੍ਰਿਗਨੋਮੈਟ੍ਰਿਕ ਰਿਲੇਸ਼ਨ ਦੇ ਨਾਲ ਇਹਨਾਂ ਦੋਨਾਂ ਫੈਕਟਰਸ ਨੂੰ ਅਸੀਂ ਐਲੈਬੋਰੇਟ ਕਰਦੇ ਹਾਂ, ਖੋਲਦੇ ਹਾਂ। ਆਇਓਟਾ ਥੀਟਾ e ਰੇਜ਼ ਟੂ ਆਇਓਟਾ ਥੀਟਾ ਕੀ ਹੁੰਦਾ, cos ਥੀਟਾ ਪਲਸ ਆਇਓਟਾ ਸਾਈਨ ਥੀਟਾ। ਇਸ ਦੇ ਰੈਫਰੈਂਸ ਦੇ ਨਾਲ ਸਾਡੇ ਕੋਲੇ ਆਹ ਜਿਹੜਾ ਫੈਕਟਰ ਆ ਕੀ ਬਣ ਜਾਂਦਾ ਹੈ, cos ਓਮੇਗਾ ਨੋਟ ਟੀ ਪਲਸ I ਸਾਈਨ ਓਮੇਗਾ ਨੋਟ ਟੀ। ਉਸੇ ਤਰ੍ਹਾਂ ਹੀ ਆਹ ਜਿਹੜਾ ਫੈਕਟਰ ਹੈ ਇਸ ਨੂੰ ਕੀ ਹੋ ਜਾਂਦਾ ਹੈ, cos ਓਮੇਗਾ ਨੋਟ ਟੀ ਮਾਈਨਸ ਆਇਓਟਾ ਸਾਈਨ ਓਮੇਗਾ ਨੋਟ ਟੀ। ਇਹ ਤੁਸੀਂ ਸਾਰਾ ਕਰ ਲਓਗੇ। cos ਓਮੇਗਾ ਨੋਟ ਟੀ ਕਾਮਨ ਆ ਕੇ A ਪਲਸ B ਰਹਿ ਗਿਆ, I ਇਹਨਾਂ ਦੋਨਾਂ ਚੋਂ ਆਇਓਟਾ ਕਾਮਨ, ਸਾਈਨ ਓਮੇਗਾ ਨੋਟ ਕਾਮਨ, ਇਹ ਸਾਈਨ ਓਮੇਗਾ ਨੋਟ ਇੱਧਰ ਲਿਖ ਲਿਆ, I ਇੱਧਰ ਲਿਖ ਲਿਆ ਆਇਓਟਾ। ਬ੍ਰੈਕਟ ਦੇ ਅੰਦਰ ਸਾਡੇ ਕੋਲ ਕੀ ਰਹੇਗਾ, A ਇੱਧਰੋਂ ਰਹਿ ਜਾਂਦੀ ਹੈ ਤੇ B ਮਾਈਨਸ B ਇੱਧਰੋਂ ਰਹਿ ਜਾਂਦੀ ਹੈ। ਅਸੀਂ ਫਰਦਰ ਸਿੰਪਲੀਫਿਕੇਸ਼ਨ ਕਰ ਰਹੇ ਹਾਂ। ਇਹ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ, ਦੋ ਆਰਬਿਟਰਰੀ ਕਾਂਸਟੈਂਟ ਨੇ। ਅਸੀਂ ਇਹ ਆਰਬਿਟਰਰੀ ਕਾਂਸਟੈਂਟਸ ਨੂੰ ਆਪਣੀ ਕਨਵੀਨੀਅੰਸ ਦੇ ਮੁਤਾਬਕ ਦੋ ਨਵੇਂ ਕਾਂਸਟੈਂਟਸ ਦੀ ਫਾਰਮ ਦੇ ਵਿੱਚ ਬਦਲਦੇ ਹਾਂ। ਇਹਨਾਂ ਨੂੰ ਉਹ ਕਿਸ ਤਰ੍ਹਾਂ ਬਦਲਦੇ ਹਾਂ, ਅਸੀਂ A ਪਲਸ B ਨੂੰ ਕੀ ਲੈ ਲਿਆ, Q ਨੋਟ cos phi ਨੋਟ। Q ਨੋਟ ਵੀ ਇੱਕ ਕਾਂਸਟੈਂਟ ਹੈ, phi ਨੋਟ ਇਜ਼ ਅਨਦਰ ਕਾਂਸਟੈਂਟ। ਇਹਦੀਆਂ ਵੈਲਿਊ ਸਾਨੂੰ ਬਾਅਦ ਦੇ ਵਿੱਚ ਅਸੀਂ ਕੱਢਾਂਗੇ, ਇੱਥੇ ਮਿਲੀਆਂ ਹੋਈਆਂ ਨੇ, ਕੱਢੀਆਂ ਹੋਈਆਂ ਨੇ ਅਸੀਂ। ਤੇ ਦੂਸਰਾ ਫੈਕਟਰ I ਇੰਟੂ ਆਇਓਟਾ ਇੰਟੂ A ਮਾਈਨਸ B ਨੂੰ ਅਸੀਂ Q ਨੋਟ ਸਾਈਨ phi ਨੋਟ ਲੈ ਲਿਆ। ਅਸੀਂ ਇਨਸਰਟ ਕੀਤਾ ਇਹਨਾਂ ਦੋਨੇ ਫੈਕਟਰਸ ਨੂੰ, ਸਾਡੇ ਕੋਲ ਆਹ ਇਕੁਏਸ਼ਨ ਆ ਜਾਂਦੀ ਹੈ। ਉਸੇ ਤਰ੍ਹਾਂ ਹੀ ਜਿਵੇਂ ਅਸੀਂ ਮੈਕੈਨੀਕਲ ਔਸੀਲੇਟਰ ਦਾ ਸੋਲੂਸ਼ਨ ਪਤਾ ਕਰਨ ਲਈ ਕੀਤਾ ਸੀਗਾ। ਇਸ ਕਰਕੇ ਆਈ ਥਿੰਕ there is no much need to discuss repeatedly। ਸਾਡੇ ਕੋਲੇ Q is equal to Q naught cos omega naught t plus phi naught। ਇਹ ਚਾਰਜ ਜਿਹੜਾ ਔਸੀਲੇਟ ਕਰ ਰਿਹਾ ਇਹ ਜਦੋਂ cos ਦੀ ਫਾਰਮ ਦੇ ਵਿੱਚ ਆ ਗਿਆ, ਇਹ ਆਪਣੇ ਆਪ ਆਪਣੇ ਸੈਲਫ ਐਵੀਡੈਂਸ ਹੈ ਵੀ ਜਿਹੜਾ Q ਹੈ ਉਹ ਔਸੀਲੇਟ ਕਰ ਰਿਹਾ, ਕਿਉਂਕਿ ਕੋਸਾਈਨ ਜਿਹੜਾ cos ਫੈਕਟਰ ਹੁੰਦਾ ਹੈ, ਜਿਹੜਾ cos ਜਾਂ ਸਾਈਨ ਫੈਕਟਰ ਹੁੰਦਾ ਹੈ, ਉਹ ਵੀ ਕਿਹੜੇ ਕਿਸ ਤਰ੍ਹਾਂ ਦੇ ਫੰਕਸ਼ਨ ਨੇ, ਦੇ ਆਰ ਔਸੀਲੇਟਿੰਗ ਫੰਕਸ਼ਨਸ। ਕੁਝ ਸਮੇਂ ਲਈ ਇਹਨਾਂ ਦੀ ਵੈਲਿਊਜ਼ ਪੋਜ਼ਿਟਿਵ ਰਹਿੰਦੀਆਂ ਨੇ, ਕੁਝ ਸਮੇਂ ਲਈ ਨੈਗੇਟਿਵ ਰਹਿੰਦੀਆਂ ਨੇ। ਇਸ ਕਰਕੇ we again found that Q has been represented in terms of cosine factor। therefore Q ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋਏਗਾ, ਹਾਰਮੋਨਿਕ ਬਿਹੇਵੀਅਰ, ਕਿਉਂਕਿ cos ਫੰਕਸ਼ਨ ਕੀ ਹੈ, ਇਟ ਇਜ਼ ਹਾਰਮੋਨਿਕ ਫੰਕਸ਼ਨ। ਇਸੇ ਕਰਕੇ ਅਸੀਂ ਜਿਹੜਾ LC ਔਸੀਲੇਟਰ ਹੈ ਉਹਦੇ ਵਿੱਚ ਜਿਹੜਾ ਚਾਰਜ ਔਸੀਲੇਟ ਕਰਦਾ ਹੈ ਉਸ ਨੂੰ ਅਸੀਂ ਇਸੇ ਕਰਕੇ ਐਟਰੀਬਿਊਟ ਕਰਦੇ ਹਾਂ ਹਾਰਮੋਨਿਕ ਬਿਹੇਵੀਅਰ। ਔਸੀਲੇਸ਼ਨ ਦਾ ਕਿਹੜਾ ਬਿਹੇਵੀਅਰ, ਹਾਰਮੋਨਿਕ, ਕਿਉਂਕਿ Q has been found to be expressed in terms of
cos ਫੈਕਟਰ, ਇੱਥੇ ਸਾਈਨ ਵੀ ਆ ਸਕਦਾ ਸੀਗਾ। ਇਹ ਸਾਡੀ ਆਪਣੀ ਚੁਆਇਸ ਹੀ ਇਸ ਤਰ੍ਹਾਂ ਹੁੰਦੀ, a ਪਲੱਸ ਬੀ ਨੂੰ ਅਸੀਂ ਕਿਊ ਨੋਟ ਸਾਈਨ ਫਾਈ ਨੋਟ ਲੈ ਲੈਂਦੇ ਅਤੇ ਇਸ ਨੂੰ ਅਸੀਂ ਕਿਊ ਨੋਟ cos ਫਾਈ ਨੋਟ ਲੈ ਲੈਂਦੇ, ਤਾਂ ਸਾਡੇ ਕੋਲ ਇਕੁਏਸ਼ਨ ਕੀ ਬਣਨੀ ਸੀ, Q ਇਜ਼ ਇਕੁਅਲ ਟੂ ਕਿਊ ਨੋਟ ਸਾਈਨ ਓਮੇਗਾ ਨੋਟ ਟੀ ਪਲੱਸ ਫਾਈ ਨੋਟ। ਇਹ ਸਾਡੀ ਆਪਣੀ ਕਨਵੀਨੀਅੰਸ ਹੈ। ਜੇ ਤੁਹਾਡੇ 'ਚੋਂ ਕੋਈ Q ਨੂੰ ਇਨ ਟਰਮਜ਼ ਆਫ cos ਐਕਸਪ੍ਰੈਸ ਕਰੇਗਾ, ਦੂਸਰਾ Q ਨੂੰ ਇਨ ਟਰਮਜ਼ ਆਫ ਸਾਈਨ ਬਣਾਏਗਾ, both are exactly and equally right. So this is the solution of differential equation for electric oscillator which oscillates harmonically. ਇਹ ਜਿਹੜੇ ਅਸੀਂ ਸੋਲੂਸ਼ਨ ਪਤਾ ਕੀਤੇ ਹੈ, Q ਦੇ ਲਈ ਅਸੀਂ ਇੱਕ ਬਿਹੇਵੀਅਰ ਡਿਡਿਊਸ ਕੀਤਾ ਹੈ, ਇਲੈਕਟ੍ਰੀਕਲ ਔਸੀਲੇਟਰ ਲਈ ਅਸੀਂ ਇਹ ਡਿਸਕਸ਼ਨ ਕਰ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਮਕੈਨੀਕਲ ਔਸੀਲੇਟਰ ਦਾ ਸੋਲੂਸ਼ਨ ਪਤਾ ਕੀਤਾ ਸੀ। ਉਹਦੇ ਵਿੱਚ ਇਕੁਏਸ਼ਨ ਕੀ ਸੀ, x ਇਕੁਅਲ ਟੂ c cos ਆਫ ਓਮੇਗਾ ਟੀ ਜਾਂ ਓਮੇਗਾ ਨੋਟ ਟੀ ਪਲੱਸ ਫਾਈ ਨੋਟ। ਉੱਥੇ ਓਮੇਗਾ ਦੀ ਵੈਲਿਊ ਰੂਟ ਕੇ ਬਾਈ ਐਮ ਸੀ, ਇੱਥੇ ਓਮੇਗਾ ਨੋਟ ਦੀ ਵੈਲਿਊ ਕੀ ਬਣ ਜਾਏਗੀ, ਇੱਥੋਂ 1 ਬਾਈ ਰੂਟ ਐਲ ਸੀ। ਇਹ ਜਿਹੜਾ ਸੋਲੂਸ਼ਨ ਅਸੀਂ ਪਤਾ ਕਰ ਰਹੇ ਹਾਂ, ਇਹਦੇ ਪਿੱਛੇ ਸਾਡਾ ਇੱਕ ਆਬਜੈਕਟਿਵ ਹੈ। ਇਸ ਤੋਂ ਬਾਅਦ ਅਸੀਂ ਡਿਸਕਸ ਕਰਨੀਆਂ ਨੇ ਐਨਰਜੀਜ਼ ਆਫ ਮਕੈਨੀਕਲ ਔਸੀਲੇਟਰ ਐਂਡ ਐਨਰਜੀਜ਼ ਆਫ LC ਔਸੀਲੇਟਰ। ਮਕੈਨੀਕਲ ਔਸੀਲੇਟਰ ਦੇ ਵਿੱਚ ਕਿਹੜੀਆਂ ਦੋ ਐਨਰਜੀਜ਼ ਨੇ, ਕਿਹੜੀਆਂ ਦੋ ਐਨਰਜੀਜ਼ ਹੁੰਦੀਆਂ ਨੇ, ਕਾਈਨੈਟਿਕ ਐਨਰਜੀ ਐਂਡ ਪੋਟੈਂਸ਼ੀਅਲ ਐਨਰਜੀ। LC ਔਸੀਲੇਟਰ ਦੇ ਵਿੱਚ ਕਿਹੜੀਆਂ ਦੋ ਐਨਰਜੀਜ਼ ਨੇ, ਇਲੈਕਟ੍ਰਿਕ ਫੀਲਡ ਐਨਰਜੀ ਐਂਡ ਮੈਗਨੈਟਿਕ ਫੀਲਡ ਐਨਰਜੀਜ਼। ਇਹਨਾਂ ਦੇ ਲਈ ਰਿਲੇਸ਼ਨ ਬਣਾਉਣ ਦੇ ਲਈ ਸਾਨੂੰ ਇਹ ਔਸੀਲੇਟਰ ਦੇ ਲਈ ਐਕਸਲੀ ਇਕੁਏਸ਼ਨ ਚਾਹੀਦੀ ਹੈ, ਤਾਂ ਕਿ ਅਸੀਂ ਉਹਦੀ ਵੈਲੋਸਿਟੀ ਪਤਾ ਕਰ ਸਕੀਏ, ਉੱਥੋਂ ਸਾਨੂੰ ਕਨੈਟਿਕ ਐਨਰਜੀ ਮਿਲ ਜਾਏਗੀ। LC ਔਸੀਲੇਟਰ ਦੀਆਂ ਜਿਹੜੀਆਂ ਐਨਰਜੀਜ਼ ਨੇ ਉਹਦਾ ਡੈਰੀਵੇਸ਼ਨ ਕਰਨ ਲਈ ਸਾਨੂੰ Q ਦੀ ਇਨਸਟੈਂਟੇਨੀਅਸ ਵੈਲਿਊ ਪਤਾ ਹੋਣੀ ਚਾਹੀਦੀ ਹੈ। ਦੇਅਰਫੋਰ ਇਹ ਸਾਡਾ ਆਬਜੈਕਟਿਵ ਸੀ ਕਿ ਸਾਨੂੰ Q ਦੀ ਵੈਲਿਊ ਪਤਾ ਲੱਗ ਜਾਏ, Q ਲਈ ਇੱਕ ਰਿਲੇਸ਼ਨ ਪਤਾ ਲੱਗ ਜਾਏ। ਸੋ ਨਾਓ we again revert back to page number 8 to discuss calculation of energy of vibrator oblique oscillator. ਸਭ ਤੋਂ ਪਹਿਲਾਂ ਇਹ ਸਾਡਾ ਜਿਹੜਾ ਆਰਟੀਕਲ ਹੈ ਜਾਂ ਸਾਡਾ ਟੌਪਿਕ ਹੈ ਜਿਹਦੇ ਵਿੱਚ ਅਸੀਂ ਐਨਰਜੀਜ਼ ਡਿਸਕਸ ਕਰਨੀਆਂ ਨੇ, ਇਹਦੇ ਵਿੱਚ ਸਾਡੇ ਕੋਲੇ ਦੋ ਸਬ ਟੌਪਿਕ ਹੋਣਗੇ। ਤੁਸੀਂ ਦੇਖ ਰਹੇ ਹੋਵੋਗੇ ਸਕਰੀਨ ਤੇ ਨੰਬਰ 1 ਮੈਂ ਰੋਮਨ ਦੇ ਵਿੱਚ ਨੰਬਰ 1 ਲਿਖਿਆ ਹੋਇਆ ਮਕੈਨੀਕਲ ਔਸੀਲੇਟਰ। ਦੂਸਰਾ ਦਾ ਪਾਰਟ ਕੀ ਹੋਏਗਾ, ਇਲੈਕਟ੍ਰੀਕਲ ਔਸੀਲੇਟਰ ਹੋਏਗਾ। ਜੇ ਆਪਾਂ ਇਹਨੂੰ ਸਵਿਚ ਕਰੀਏ, ਨੰਬਰ 2 ਰੋਮਨ ਵਿੱਚ ਦੂਸਰਾ ਪਾਰਟ ਕੀ ਹੈ, ਇਲੈਕਟ੍ਰੀਕਲ ਔਸੀਲੇਟਰ। ਅਗੇਨ ਵੀ ਰਿਵਰਟ ਬੈਕ ਟੂ ਸੇਮ ਪੇਜ ਨੰਬਰ 8। ਮਕੈਨੀਕਲ ਔਸੀਲੇਟਰ ਦੇ ਵਿੱਚ, ਕਿਉਂਕਿ ਮਕੈਨੀਕਲ ਔਸੀਲੇਟਰ ਹੈ, ਫਿਜ਼ੀਕਲੀ ਇੱਕ ਆਬਜੈਕਟ ਮਕੈਨੀਕਲ ਕੋਈ ਆਬਜੈਕਟ ਔਸੀਲੇਟ ਕਰ ਰਿਹਾ, ਉਹਦੇ ਕੋਲ ਦੋ ਤਰ੍ਹਾਂ ਦੀਆਂ ਐਨਰਜੀਜ਼ ਹੋਣਗੀਆਂ, ਇੱਕ ਕਨੈਟਿਕ ਐਨਰਜੀ ਐਂਡ ਸੈਕੰਡ ਇਜ਼ ਪੋਟੈਂਸ਼ੀਅਲ ਐਨਰਜੀ। ਇਹ ਮਕੈਨੀਕਲ ਔਸੀਲੇਟਰ ਐਗਜ਼ੀਕਿਊਟਿੰਗ ਸਿੰਪਲ ਹਾਰਮੋਨਿਕ ਮੋਸ਼ਨ possesses both kinetic and potential energies। ਇਹਨਾਂ ਦੋਨਾਂ ਦਾ ਜਿਹੜਾ ਸਮ ਹੁੰਦਾ ਹੈ ਉਹਦਾ ਇੱਕ ਨਾ, ਉਸ ਨੂੰ ਅਸੀਂ ਕੀ ਬੋਲਦੇ ਹਾਂ, ਮਕੈਨੀਕਲ ਐਨਰਜੀ। ਜਦੋਂ ਤੁਹਾਨੂੰ ਕੋਈ ਮਕੈਨੀਕਲ ਐਨਰਜੀ ਪੁੱਛੇ, ਇਹਦਾ ਮਤਲਬ ਹੀ ਇਜ਼ ਆਸਕਿੰਗ ਅਸ ਅਬਾਊਟ ਟੋਟਲ ਆਫ ਕਿਨੈਟਿਕ ਐਂਡ ਪੋਟੈਂਸ਼ੀਅਲ ਐਨਰਜੀਜ਼। ਕਿਨੈਟਿਕ ਐਨਰਜੀ ਇੱਕ ਕੰਪੋਨੈਂਟ ਹੈ ਮਕੈਨੀਕਲ ਐਨਰਜੀ ਦੀ। ਮਕੈਨੀਕਲ ਐਨਰਜੀ ਦੀ ਦੂਸਰੀ ਕੰਪੋਨੈਂਟ ਕੀ ਹੈ, ਪੋਟੈਂਸ਼ੀਅਲ ਐਨਰਜੀ। ਸੋ ਸਮ ਆਫ ਕਿਨੈਟਿਕ ਐਂਡ ਪੋਟੈਂਸ਼ੀਅਲ ਐਨਰਜੀਜ਼ ਸਾਨੂੰ ਉਸ ਔਸੀਲੇਟਰ ਦੀ ਟੋਟਲ ਐਨਰਜੀ ਦੇਗਾ, ਜਿਹਨੂੰ ਅਸੀਂ ਮਕੈਨੀਕਲ ਐਨਰਜੀ ਬੋਲਾਂਗੇ। ਇੱਥੇ ਅਸੀਂ ਇੱਕ ਚੀਜ਼ ਨੂੰ ਹੋਰ ਕਲੈਰੀਫਾਈ ਕਰਨਾ ਚਾਹੁੰਦੇ ਹਾਂ ਵੀ ਕਿਨੈਟਿਕ ਐਨਰਜੀ ਅਸੀਂ ਦੋ ਤਰੀਕੇ ਪਤਾ ਕਰਾਂਗੇ। ਜਿਵੇਂ ਕੋਈ ਬਾਡੀ ਆਪਣੇ ਮੋਸ਼ਨ ਦੇ ਵਿੱਚ ਹੈ, ਉਹਦਾ ਜਿਹੜਾ ਮੋਸ਼ਨ ਹੈ
ਉਹ ਨੌਨ ਯੂਨੀਫਾਰਮ ਹੈ। ਮੰਨ ਲਓ ਅਸੀਂ ਇੱਕ ਵਹੀਕਲ ਚਲਾ ਰਹੇ ਹਾਂ, ਸਪੋਜ਼ ਵੀ ਆਰ ਡਰਾਈਵਿੰਗ ਏ ਮੋਟਰਸਾਈਕਲ। ਅਸੀਂ ਉਸ ਮੋਟਰਸਾਈਕਲ ਦੀ ਅਸੀਂ ਵੀ ਕੈਨ ਨਾਟ ਕੀਪ ਡਰਾਈਵਿੰਗ ਦਾ ਮੋਟਰਸਾਈਕਲ ਐਟ ਯੂਨੀਫਾਰਮ ਸਪੀਡ, ਐਟ ਯੂਨੀਫਾਰਮ ਵੈਲੋਸਿਟੀ। ਸਾਨੂੰ ਕਿਤੇ ਓਵਰਟੇਕ ਕਰਨ ਵੇਲੇ ਸਾਨੂੰ ਕਈ ਵਾਰ ਮੋਟਰਸਾਈਕਲ ਤੇਜ਼ ਕਰਨਾ ਪਏਗਾ, ਜਾਂ ਸਾਨੂੰ ਸਲੋ ਕਰਨਾ ਪਏਗਾ, ਜਾਂ ਅੱਗੇ ਕੋਈ ਰੋਡ ਦੇ ਵਿੱਚ ਟਰਨ ਆਉਂਦੀ ਹੈ ਉੱਥੇ ਸਾਨੂੰ ਹੌਲੀ ਕਰਨਾ ਪਏਗਾ। Suppose we are on a path to travel, say, a distance of 10 ਕਿਲੋਮੀਟਰ, ਤੇ ਅਸੀਂ ਉਹ 10 ਕਿਲੋਮੀਟਰ ਦਾ ਜਿਹੜਾ ਡਿਸਟੈਂਸ ਹੈ ਅਸੀਂ ਉਹਨੂੰ ਇਨਸ਼ੋਰ ਨਹੀਂ ਕਰ ਸਕਦੇ ਵੀ ਅਸੀਂ ਲਗਾਤਾਰ ਇੱਕੋ ਹੀ ਵੈਲੋਸਿਟੀ ਨਾਲ ਟਰੈਵਲ ਕਰਾਂਗੇ। ਵੈਲੋਸਿਟੀ ਦੀ ਗੱਲ ਕਰ ਰਿਹਾ, ਸਪੀਡ ਨਹੀਂ ਕਹਿ ਰਿਹਾ ਮੈਂ ਇੱਥੇ। ਵੈਲੋਸਿਟੀ ਦੇ ਵਿੱਚ ਡਾਇਰੈਕਸ਼ਨ ਵੀ ਆ ਜਾਂਦੀ ਹੈ। ਇਸ ਕਰਕੇ ਅਸੀਂ ਜਾ ਰਹੇ ਹਾਂ, ਸਪੋਜ਼ ਵੀ ਆਰ ਰਨਿੰਗ ਆਵਰ ਵਹੀਕਲ ਸੇ at a speed of 30 ਕਿਲੋਮੀਟਰ ਪਰ ਆਵਰ at one moment of time, ਤਾਂ ਉਸ ਮੂਵਮੈਂਟ ਤੇ ਸਾਡੀ ਜਿਹੜੀ ਕਿਨੈਟਿਕ ਐਨਰਜੀ ਹੋਏਗੀ ਹਾਫ mv², ਉਸ ਪਰਟੀਕੂਲਰ ਇਨਸਟੈਂਟ ਤੇ। ਅਗਲੀ ਇਨਸਟੈਂਟ ਤੇ ਇੱਕ ਟਰਨ ਆ ਜਾਂਦੀ ਹੈ, ਸਾਡੇ ਵਹੀਕਲ ਦੀ ਜਿਹੜੀ ਸਪੀਡ ਹੈ, ਮੋਟਰਸਾਈਕਲ ਦੀ ਸਪੀਡ ਹੈ, ਸਪੋਜ਼ ਇਟ ਲੋਅਸ ਟੂ 20 ਕਿਲੋਮੀਟਰ ਪਰ ਆਵਰ। ਉਸ ਇਨਸਟੈਂਟ ਤੇ ਉਹਦੀ ਕਿਨੈਟਿਕ ਐਨਰਜੀ ਕਿੰਨੀ ਹੋਏਗੀ? ਹਾਫ of mass into velocity, 20 ਕਿਲੋਮੀਟਰ ਪਰ ਆਵਰ। ਇਹਦਾ ਮਤਲਬ ਕੀ ਹੈ? ਕੋਈ ਆਬਜੈਕਟ ਆਪਣੇ ਪਾਥ ਤੇ ਹੈ, ਉਸ ਪਾਥ ਤੇ ਜੇ ਉਹਦਾ ਮੋਸ਼ਨ ਨਾਨ ਯੂਨੀਫਾਰਮ ਹੈ ਤਾਂ ਅਲੱਗ-ਅਲੱਗ ਜਿਹੜੇ ਡਿਸਪਲੇਸਮੈਂਟਸ ਨੇ, ਜਾਂ ਅਸੀਂ ਇਹ ਕਹੀਏ ਜੇ ਅਸੀਂ ਉਸ ਪਾਥ ਨੂੰ ਸਬ ਡਿਵਾਈਡ ਕਰ ਲਏ ਇੱਕੋ ਜਿਹੇ ਡਿਸਪਲੇਸਮੈਂਟਸ ਦੇ ਵਿੱਚ, ਤਾਂ ਨਾਨ ਯੂਨੀਫਾਰਮ ਮੋਸ਼ਨ ਦੇ ਵਿੱਚ ਕੀ ਹੋਏਗਾ? ਉਹ ਜਿਹੜੀਆਂ ਇੱਕੋ ਜਿਹੀਆਂ ਡਿਸਪਲੇਸਮੈਂਟਸ ਨੇ ਉਹਨਾਂ ਲਈ ਅਲੱਗ-ਅਲੱਗ ਟਾਈਮ ਲੱਗਿਆ ਹੋਏਗਾ। ਇਸੇ ਕਰਕੇ ਅਲੱਗ-ਅਲੱਗ ਇੰਟਰਵਲ ਤੇ ਸਾਡੇ ਕੋਲੇ ਆਪਣੇ ਵਹੀਕਲ ਦੀ ਵੈਲੋਸਿਟੀ ਜਾਂ ਸਾਡੇ ਆਬਜੈਕਟ ਦੀ ਜਿਹੜੀ ਵੈਲੋਸਿਟੀ ਉਹ ਡਿਫਰੈਂਟ ਹੋਏਗੀ। ਇਹ ਸਾਰੀ ਜਿਹੜੀ ਗੱਲ ਕਰਨ ਦਾ ਮਕਸਦ ਮੇਰਾ ਇਹ ਹੈ ਕਿ ਅਸੀਂ ਡਿਸਟਿੰਕਸ਼ਨ ਪਤਾ ਲਾਉਣੀ ਹੈ ਵੀ ਜਦੋਂ ਸਾਨੂੰ ਇਨਸਟੈਂਟੇਨੀਅਸ ਵੈਲਿਊ ਪੁੱਛੀ ਜਾਵੇ ਤੇ ਇੱਕ ਐਵਰੇਜ ਵੈਲਿਊ ਪੁੱਛੀ ਜਾਵੇ। ਇੱਥੇ ਅਸੀਂ ਐਕਸਪ੍ਰੈਸ਼ਨ ਪਹਿਲਾਂ ਕਿਨੈਟਿਕ ਐਨਰਜੀ ਦਾ ਕਰਾਂਗੇ, ਇਨਸਟੈਂਟੇਨੀਅਸ ਕਿਨੈਟਿਕ ਐਨਰਜੀ ਕਿਸੇ ਇੱਕ ਮੂਵਮੈਂਟ ਤੇ, ਕਿਸੇ ਇੱਕ ਟਾਈਮ ਤੇ। ਫਿਰ ਕਿਉਂਕਿ ਇਹ ਔਸੀਲੇਟਰ ਹੈ ਜਾਂ ਵਾਈਬਰੇਟਰ ਹੈ, ਅਸੀਂ ਆਪਣੀ ਕਨਵੀਨੀਅੰਸ ਦੇ ਲਈ ਇੱਕ ਟਾਈਮ ਇੰਟਰਵਲ ਚੂਜ਼ ਕਰਾਂਗੇ ਜਿੰਨਾ ਇੱਕ ਔਸੀਲੇਸ਼ਨ ਜਾਂ ਇੱਕ ਵਾਈਬ੍ਰੇਸ਼ਨ ਨੂੰ ਕੰਪਲੀਟ ਕਰਨ ਨੂੰ ਲੱਗਦਾ ਹੈ। ਅਸੀਂ ਉਸ ਟਾਈਮ ਇੰਟਰਵਲ ਤੇ ਕਿਨੈਟਿਕ ਐਨਰਜੀ ਦੀ ਐਵਰੇਜ ਵੈਲਿਊ ਪਤਾ ਕਰਾਂਗੇ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਐਕਸਪ੍ਰੈਸ਼ਨ ਫਾਰ ਪੋਟੈਂਸ਼ੀਅਲ ਐਨਰਜੀ ਹੋਏਗਾ, ਪੋਟੈਂਸ਼ੀਅਲ ਐਨਰਜੀ ਐਟ ਐਨੀ ਇਨਸਟੈਂਟ। ਮਤਲਬ ਕਹਿਣ ਦਾ ਅਸੀਂ ਕਿਨੈਟਿਕ ਐਨਰਜੀ ਤੇ ਪੋਟੈਂਸ਼ੀਅਲ ਐਨਰਜੀਜ਼ ਦੀਆਂ ਇਨਸਟੈਂਟੇਨੀਅਸ ਵੈਲਿਊਜ਼ ਵੀ ਕਰਾਂਗੇ, ਐਕਸਪ੍ਰੈਸ਼ਨ ਪਤਾ ਕਰਾਂਗੇ, ਤੇ ਫਿਰ ਇਹਨਾਂ ਦੀਆਂ ਐਵਰੇਜ ਜਿਹੜੀਆਂ ਵੈਲਿਊਜ਼ ਨੇ ਉਹਨਾਂ ਲਈ ਵੀ ਐਕਸਪ੍ਰੈਸ਼ਨ ਪਤਾ ਕਰਾਂਗੇ। ਫਸਟ ਆਫ ਆਲ ਐਕਸਪ੍ਰੈਸ਼ਨ ਫਾਰ ਕਿਨੈਟਿਕ ਐਨਰਜੀ, ਦੈਟ ਇਜ਼ ਕਾਹਦੇ ਲਈ? ਇਨਸਟੈਂਟੇਨੀਅਸ ਕਿਨੈਟਿਕ ਐਨਰਜੀ। ਕਿੱਥੋਂ ਆਏਗਾ ਇਹ? ਕਿਉਂਕਿ ਸਾਨੂੰ ਪਤਾ ਵੈਲੋਸਿਟੀ ਕੀ ਹੁੰਦੀ ਹੈ, ਰੇਟ ਆਫ ਚੇਂਜ ਆਫ ਡਿਸਪਲੇਸਮੈਂਟ। ਇਹ ਸਾਨੂੰ ਕਿੱਥੇ ਮਿਲੀ ਸੀ? ਮਕੈਨੀਕਲ ਔਸੀਲੇਟਰ ਦੇ ਵਿੱਚ। ਜਦੋਂ ਅਸੀਂ ਸੋਲੂਸ਼ਨ ਪਤਾ ਕੀਤਾ ਸੀ ਡਿਫਰੈਂਸ਼ੀਅਲ ਇਕੁਏਸ਼ਨ ਦਾ, ਉਹਦੇ ਲਈ ਸਾਡੇ ਕੋਲ ਐਕਸ ਲਈ ਇਕੁਏਸ਼ਨ ਬਣੀ ਸੀ। ਉਹ ਇਕੁਏਸ਼ਨ ਸੀ x = c cos ωt + phi naught। ਇਹ ਓਮੇਗਾ ਦੀ ਵੈਲਿਊ ਕੀ ਹੈ? √k/m। ਇੱਥੇ c ਕੀ ਹੈ? ਐਂਪਲੀਟਿਊਡ। phi naught ਕੀ ਹੈ? ਇਨੀਸ਼ੀਅਲ ਫੇਜ਼। ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਹੋਈਆਂ ਨੇ। ਤਾਂ ਕਿਨੈਟਿਕ ਐਨਰਜੀ ਕਿਹਦੀ ਬਰਾਬਰ ਹੁੰਦੀ ਹੈ? ਕਿਨੈਟਿਕ ਐਨਰਜੀ ਲਈ ਬੜਾ ਸਿੰਪਲ ਰਿਲੇਸ਼ਨ ਹੈ, ਸਿੰਬਲ ਅਸੀਂ ਇੱਥੇ UK ਲੈ ਲਿਆ। ਇਟ ਇਜ਼ ਹਾਫ mv²। ਹਾਫ mv ਕੀ ਹੈ? ਰੇਟ ਆਫ ਚੇਂਜ ਆਫ ਪੋਜੀਸ਼ਨ। ਇਟ ਇਜ਼ dx/dt, ਕਿਉਂਕਿ ਸਕੇਅਰ ਹੈ। ਹਾਫ mv
ਇੱਥੇ ਮੈਂ ਇੱਕ ਹਾਈਲਾਈਟ ਕੀਤਾ ਹੋਇਆ, ਅਸਲ 'ਚ ਮੈਂ ਤੋਂ ਗਲਤੀ ਦੇ ਨਾਲ ਕੌਸ ਨੂੰ ਕੌਸ ਲਿਖਿਆ ਗਿਆ ਸੀ ਇੱਥੇ, ਅਸਲ 'ਚ ਇੱਥੇ ਕੀ ਹੋਣਾ ਚਾਹੀਦਾ ਹੈ, it is sine, sin must be sine. Therefore ਤੁਸੀਂ ਇਹਨੂੰ ਡਿਫਰੈਂਸ਼ੀਏਟ ਕਰਾਂਗੇ, it is half m cos ਦਾ sin ਹੋ ਜਾਏਗਾ minus c omega sin omega t plus phi naught, ਸਕੇਅਰ ਕੀਤਾ c ਸਕੇਅਰ omega ਸਕੇਅਰ sin ਸਕੇਅਰ, ਇੱਥੇ ਵੀ sin ਸਕੇਅਰ ਹੋਏਗਾ, ਇੱਥੇ ਵੀ sin ਸਕੇਅਰ ਹੋਏਗਾ, it is sin SINE. Here too it is sine. So ਆ ਜਿਹੜੇ ਹਾਈਲਾਈਟ ਦਾ ਮਕਸਦ ਸਿਰਫ ਇਹ ਹੈ ਵੀ ਇੱਥੇ ਤੁਸੀਂ cos ਨਹੀਂ, ਇੱਥੇ sin ਫੈਕਟਰ ਹੈ, ਕਿਉਂਕਿ ਡਿਫਰੈਂਸ਼ੀਏਸ਼ਨ cos ਦੀ sin ਹੁੰਦੀ ਹੈ। ਸਾਡੇ ਕੋਲ ਕੀ ਰਿਲੇਸ਼ਨ ਬਣ ਗਿਆ ਕਿਨੈਟਿਕ એનર્ਜੀ ਦਾ, ਹਾਫ ਕੇ ਕਿਉਂ ਆਇਆ, ਕਿਉਂਕਿ ਅਸੀਂ ओमेगा स्क्वायर के बाई एम, के की जगह ते की ले लिया, ओमेगा स्क्वायर की जगह ते असीं के बाई एम पुट किया इत्थे, इट इज़ के अपॉन एम, एम नाल एम कैंसल हो गया, के सी स्क्वायर, वी गेट हाफ के सी स्क्वायर साइन स्क्वायर ओमेगा टी प्लस फाई नॉट। दिस इज द एक्सप्रैशन फॉर किनेटिक एनर्जी कदों है, एट दिस टाइम, एट टाइम टी, एट एनी मोमेंट टी। देयरफॉर दिस इज द एक्सप्रैशन फॉर इंस्टंटेनियस kinetic energy. Instantaneous का मतलब at any instant of time. Similarly expression for potential energy, ਇਹਦੇ ਲਈ ਸਾਨੂੰ ਇਸ ਫਿਗਰ ਤੇ ਧਿਆਨ ਰੱਖਣਾ ਪਏਗਾ। ਪੋਟੈਂਸ਼ੀਅਲ એનર્ਜੀ ਦਾ ਜਿਹੜਾ ਸਟੋਰ ਕਿਸ ਤਰ੍ਹਾਂ ਹੁੰਦੀ ਹੈ ਸਿਸਟਮ ਦੇ ਅੰਦਰ, ਅਸੀਂ ਪਹਿਲਾਂ ਡਿਸਕਸ ਕੀਤਾ ਵੀ ਜਦੋਂ ਸਪਰਿੰਗ ਆਪਣੀ ਮੇਨ ਪੋਜੀਸ਼ਨ, ਸਪਰਿੰਗ ਦੀ ਜਗ੍ਹਾ ਤੇ ਅਸੀਂ ਕਹਾਂਗੇ ਇਹ ਮਾਸ ਅਟੈਚ ਕੀਤਾ ਹੋਇਆ ਸਪਰਿੰਗ ਦੇ ਨਾਲ, ਅਸੀਂ ਇਹਦੇ ਵਿੱਚ ਔਸੀਲੇਸ਼ਨ ਜਾਂ ਵਾਈਬ੍ਰੇਸ਼ਨ, ਵੀ ਕੰਪੈਲਡ ਦ ਸਪਰਿੰਗ ਟੂ ਔਸੀਲੇਟ, ਅਸੀਂ ਮਾਸ ਨੂੰ ਖਿੱਚ ਕੇ ਛੱਡ ਦਿੱਤਾ ਜਾਂ ਕੰਪਰੈਸ ਕਰਕੇ ਛੱਡਤਾ, ਉਸ ਤੋਂ ਬਾਅਦ ਇਟ ਵਿਲ ਸਟਾਰਟ ਔਸੀਲੇਟਿੰਗ ਇਨ ਦਿਸ ਫੈਸ਼ਨ। ਸਪੋਜ਼ ਕਿਸੇ ਵੇਲੇ ਇਹ ਆਪਣੀ ਮੇਨ ਪੋਜੀਸ਼ਨ ਤੋਂ, ਆਦੀ ਓਰੀਜਨਲ ਲੈਂਥ ਹੈ, ਓਰੀਜਨਲ ਲੈਂਥ ਸੀਗੀ, ਇੱਥੋਂ ਇਹ ਬਾਹਰ ਨੂੰ ਜਾ ਰਿਹਾ, ਸਪੋਜ਼ ਇਹ ਕੰਪਰੈਸ ਕੀਤਾ ਸੀ, ਉੱਥੋਂ ਅਸੀਂ ਇਹਨੂੰ ਵਿਦਡਰੋ ਕੀਤੀ ਸੀ ਫੋਰਸ, ਮੇਨ ਤੇ ਆਇਆ ਹੁਣ ਬਾਹਰ ਨੂੰ ਜਾ ਰਿਹਾ, ਅਸੀਂ ਕਿਹੜੀ ਮੂਵਮੈਂਟ ਲੈ ਰਹੇ ਹਾਂ, ਵੈਨ ਇਟ ਵਾਜ਼ ਮੂਵਿੰਗ ਆਊਟਵਰਡ। ਅਸੀਂ ਇਹਨੂੰ ਕਿਵੇਂ ਡਿਸਕ੍ਰਾਈਬ ਕਿਵੇਂ ਕੀਤਾ, ਲੈਟ ਐਫ ਵੀ ਦਾ ਰਿਸਟੋਰਿੰਗ ਫੋਰਸ ਐਕਟਿੰਗ ਇਨਵਰਡ, ਕਿਉਂਕਿ ਜਦੋਂ ਇਹ ਮਾਸ ਬਾਹਰ ਜਾ ਰਿਹਾ, ਆ ਇੱਕ ਅਸੀਂ ਪੁਆਇੰਟ ਦਿਖਾ ਰਹੇ ਹਾਂ, ਇਹ ਜਿਹੜੀ ਪਹਿਲੀ ਲਾਈਨ ਇਸ ਨੂੰ ਡਿਸਕ੍ਰਾਈਬ ਕਰ ਰਹੀ ਹੈ, ਜਦੋਂ ਇਹ ਆਬਜੈਕਟ ਇੱਥੇ ਸੀਗਾ, ਜਦੋਂ ਇਹ ਮਾਸ ਇਸ ਪੁਆਇੰਟ ਤੇ ਸੀਗਾ, ਉਹ ਬਾਹਰ ਨੂੰ ਜਾ ਰਿਹਾ ਸੀ, ਬਾਹਰ ਨੂੰ ਜਾ ਰਿਹਾ ਸੀ, ਉਸ ਵੇਲੇ ਨਾਰਮਲ ਲੈਂਥ ਐਲ ਤੋਂ ਕਿੰਨੀ ਐਕਸਟੈਂਸ਼ਨ ਪ੍ਰੋਡਿਊਸ ਹੋ ਚੁੱਕੀ ਸੀ, ਆਹ ਦੋ ਲਾਈਨਾਂ ਦੇ ਵਿਚਕਾਰ ਜਿੰਨੀ ਲੈਂਥ ਵੱਧ ਚੁੱਕੀ ਹੈ, ਇਸ ਐਕਸਟੈਂਸ਼ਨ ਨੂੰ ਅਸੀਂ ਐਕਸ ਲਿਆ ਹੋਇਆ। ਐਕਸਟੈਂਸ਼ਨ ਕਿੱਧਰ ਨੂੰ ਹੋ ਰਹੀ ਹੈ, ਬਾਹਰ ਨੂੰ ਜਾ ਰਹੀ ਹੈ, ਤਾਂ ਰਿਸਟੋਰਿੰਗ ਫੋਰਸ ਕਿੱਧਰ ਨੂੰ ਹੋਏਗੀ, ਅੰਦਰ ਨੂੰ, ਕਿਉਂਕਿ ਰਿਸਟੋਰਿੰਗ ਫੋਰਸ ਕਿੱਧਰ ਹੁੰਦੀ ਹੈ, ਹਮੇਸ਼ਾ ਇਹ ਕਨਫਿਗਰੇਸ਼ਨ ਵਿੱਚ ਚੇਂਜ ਨੂੰ ਅਪੋਜ਼ ਕਰਦੀ ਹੈ, ਇਟ ਆਲਵੇਜ਼ ਟੈਂਡਸ ਟੂ ਰਿਟਰਨ, ਕੰਪੈਲ ਦਾ ਬੋਡੀ ਟੂ ਰਿਟਰਨ ਬੈਕ ਟੂ ਇਟਸ ਮੇਨ ਪੋਜੀਸ਼ਨ। ਇਸ ਕਰਕੇ ਆ ਜਿਹੜੀ ਡਿਸਕ੍ਰਿਪਸ਼ਨ ਅਸੀਂ ਇੱਥੇ ਲਿਖੀ ਹੈ, ਇਹ ਇਸ ਬੋਡੀ ਨੂੰ ਇੱਥੇ ਅਜ਼ਿਊਮ ਕੀਤਾ ਹੋਇਆ, ਜਦੋਂ ਉਹ ਬੋਡੀ ਇੱਥੋਂ ਦੀ ਜਾ ਰਹੀ ਸੀ, ਬਾਹਰ ਨੂੰ ਜਾ ਰਹੀ ਸੀ। ਐਫ ਬੀ ਦਾ, ਲੈਟ ਐਫ ਬੀ ਦਾ ਰਿਸਟੋਰਿੰਗ ਫੋਰਸ ਐਕਟਿੰਗ ਇਨਵਰਡ at any time t when the movement of mass, that is oscillator, moving outward, given x extension to the spring, gives x extension to the, ਮਤਲਬ ਕਹਿਣ ਦਾ ਵੀ ਜਦੋਂ ਇਸ ਸਪਰਿੰਗ ਦੇ ਵਿੱਚ ਇਸ ਜਿਹੜੀ ਬਾਡੀ ਬਾਹਰ ਜਾ ਰਹੀ ਨੇ x ਐਕਸਟੈਂਸ਼ਨ ਪ੍ਰੋਡਿਊਸ ਕੀਤੀ, ਉਦੋਂ ਰਿਸਟੋਰਿੰਗ ਫੋਰਸ f ਅੰਦਰ ਨੂੰ ਲੱਗ ਰਹੀ ਸੀ। ਅਸੀਂ ਕਿਵੇਂ ਐਕਸਪ੍ਰੈਸ ਕਰਦੇ ਹਾਂ, f - kx, ਇੱਕ ਕਿਹੜਾ ਸਟੇਟਸ ਹੈ ਬਾਡੀ ਦਾ ਜਦੋਂ ਇਹ ਇਸ ਪੁਆਇੰਟ ਤੋਂ ਬਾਹਰ ਨੂੰ ਨਿਕਲ ਰਹੀ ਸੀ ਉਸ ਟਾਈਮ ਤੇ। ਉਸ ਤੋਂ ਅੱਗੇ ਅਸੀਂ ਥੋੜੀ ਹੋਰ ਐਕਸਟੈਂਸ਼ਨ ਦਿਖਾਈ ਹੈ, ਅਸਲ 'ਚ ਇਹੀ ਸਾਡਾ ਪੁਆਇੰਟ ਹੈ। ਅਸੀਂ ਉਸ ਤੋਂ ਬਾਅਦ ਇੱਕ ਆ ਐਕਸਟੈਂਸ਼ਨ ਦਿਖਾਈ, ਇਹਨੂੰ ਅਸੀਂ dx ਲਿਖਿਆ। ਇਹ ਐਕਸਟੈਂਸ਼ਨ ਨੂੰ ਅਸੀਂ ਆਮ ਤੌਰ ਤੇ ਕੀ ਕਹਿੰਦੇ ਆ, ਇਨਫਾਈਨਿਟੈਸੀਮਲੀ ਸਮਾਲ। ਅਸੀਂ ਬਹੁਤ ਛੋਟੀ ਜਿਹੜੀ ਹੈ ਐਕਸਟੈਂਸ਼ਨ ਦੀ ਗੱਲ ਕਰਦੇ ਹਾਂ, ਡਿਸਟੋਰਸ਼ਨ ਦੀ ਗੱਲ ਕਰਦੇ ਹਾਂ, ਡਿਫਾਰਮੇਸ਼ਨ ਦੀ ਗੱਲ ਕਰਦੇ ਹਾਂ।
ਸਮਾਲ ਅਮਾਊਂਟ ਆਫ, ਕਿਉਂਕਿ ਫੋਰਸ ਰਿਸਟੋਰਿੰਗ ਫੋਰਸ ਸਪਰਿੰਗ ਨੂੰ ਅਪੋਜ਼ ਕਰ ਰਹੀ ਹੈ, ਉਹਦੇ ਵਿੱਚ ਅਲੋਂਗੇਸ਼ਨ ਨੂੰ ਅਪੋਜ਼ ਕਰ ਰਹੀ ਹੈ, ਪਰ ਸਪਰਿੰਗ ਦੇ ਵਿੱਚ ਇਨਰਸ਼ੀਆ ਆਫ ਮੋਸ਼ਨ ਕਰਕੇ ਸਪਰਿੰਗ ਅੱਗੇ ਐਕਸਟੈਂਸ਼ਨ ਹੋਰ ਬਣਾਈ ਜਾ ਰਿਹਾ। ਇਹਦਾ ਮਤਲਬ ਜਿਹੜੀ ਸਪਰਿੰਗ ਦੀ ਮੂਵਮੈਂਟ ਹੈ, ਮਾਸ ਦੀ ਮੂਵਮੈਂਟ ਹੈ, ਇਟ ਇਜ਼ ਅਗੇਂਸਟ ਦਾ ਵਿਲ ਆਫ ਦਾ ਰਿਸਟੋਰਿੰਗ ਫੋਰਸ। ਰਿਸਟੋਰਿੰਗ ਫੋਰਸ ਦੀ ਇੱਛਾ ਦੇ ਅਗੇਂਸਟ ਹੈ। ਜਿਹੜੀ ਫੋਰਸ ਹੈ ਲਗਾਤਾਰ ਵਰਕ ਕਰ ਰਹੀ ਹੈ, ਉਹਦੀ ਟੈਂਡੈਂਸੀ ਹੈ ਵੀ ਸਪਰਿੰਗ ਅੱਗੇ ਨਾ ਐਕਸਟੈਂਡ ਹੋਵੇ ਹੋਰ। ਦੇਅਰਫੋਰ ਜਿਹੜੀ ਇਹ ਫਰਦਰ ਐਕਸਟੈਂਸ਼ਨ ਹੈ, ਜਿਹਨੂੰ ਅਸੀਂ dx ਲਿਖਿਆ ਹੋਇਆ, ਦਿਸ ਐਕਸਟੈਂਸ਼ਨ ਇਜ਼ ਡਨ ਅਗੇਂਸਟ ਦਾ ਵਿਲ ਆਫ ਦਾ ਰਿਸਟੋਰਿੰਗ ਫੋਰਸ। ਰਿਸਟੋਰਿੰਗ ਫੋਰਸ ਵਰਕ ਕਰਦੀ ਹੈ ਤਾਂ ਲਗਾਤਾਰ ਉਹ ਕੰਮ ਕਰੀ ਜਾ ਰਹੀ ਸੀ, ਫੋਰਸ ਲੱਗੀ ਜਾ ਰਹੀ ਸੀ, ਸਪਰਿੰਗ ਦੇ ਵਿੱਚ ਐਕਸਟੈਂਸ਼ਨ ਵੀ ਹੋਈ ਜਾ ਰਹੀ ਸੀ। ਇਸ ਐਕਸਟੈਂਸ਼ਨ ਨੂੰ ਰੋਕਣ ਲਈ ਉਹਨੇ ਕੁਝ ਐਫਰਟ ਕੀਤੇ ਸੀ। ਉਸ ਐਫਰਟ ਵੱਲੋਂ ਕਿੰਨਾ ਵਰਕ ਹੋਇਆ, ਕਿੰਨਾ ਵਰਕ ਟਰਾਂਸਲੇਟ ਹੋ ਗਿਆ। ਫੋਰਸ ਲਗਾਤਾਰ ਲੱਗ ਰਹੀ ਹੈ ਅੰਦਰ ਨੂੰ, ਸਪਰਿੰਗ ਫਿਰ ਐਕਸਟੈਂਡ ਹੁੰਦਾ ਜਾ ਰਿਹਾ। ਬੇਸ਼ੱਕ ਉਹਦੀ ਇੱਛਾ ਅਨੁਸਾਰ ਸਪਰਿੰਗ ਨੇ ਇੱਕਦਮ ਆਪਣੇ ਵਿੱਚ ਐਕਸਟੈਂਸ਼ਨ ਬੰਦ ਨਹੀਂ ਕੀਤੀ, ਪਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਹਦੀ ਐਫਰਟ ਹੈ, ਦੈਟ ਮਸਟ ਬੀ ਟਰਾਂਸਲੇਟਡ ਇਨਟੂ ਇਟਸ ਵਰਕ। ਉਹ ਵਰਕ ਕਿਹਦਾ ਹੋਏਗਾ? ਵਰਕ ਡਨ ਬਾਏ ਰਿਸਟੋਰਿੰਗ ਫੋਰਸ ਅਗੇਂਸਟ ਐਕਸਟੈਂਸ਼ਨ। ਪਰ ਫੇਰ ਵੀ ਹੋ ਗਈ, ਪਰ ਉਹਦਾ ਕੰਮ ਕਿੰਨਾ ਹੋਇਆ, ਕਿੰਨਾ ਵਰਕ ਹੋਇਆ? ਵਰਕ ਇਜ਼ ਫੋਰਸ ਇਨਟੂ ਡਿਸਪਲੇਸਮੈਂਟ। Work is force into displacement. Small amount of work done by this restoring force against further extension dx. This is infinitesimally small. ਕਿਉਂ ਲੈਂਦੇ ਆ, ਕਿਉਂ ਛੋਟੀ ਲੈਂਦੇ ਆ? ਵੀ ਅਸੀਂ ਅਸਿਊਮ ਕਰਦੇ ਆ ਵੀ ਜਦੋਂ ਐਕਸਟੈਂਸ਼ਨ ਇੰਨੀ ਹੋ ਗਈ, ਇਹਦੇ ਦੌਰਾਨ ਐਫ ਦੀ ਵੈਲਿਊ ਕਾਂਸਟੈਂਟ ਰਹਿੰਦੀ ਹੈ। ਕਿਉਂਕਿ ਜੇ ਅਸੀਂ ਫਿਨਾਈਟ ਕਾਫੀ ਵੱਡੀ ਲੈ ਲਈਏ ਤਾਂ ਐਫ ਦੀ ਵੈਲਿਊ ਅਸੀਂ ਕਾਂਸਟੈਂਟ ਨਹੀਂ ਲੈ ਸਕਦੇ, ਕਿਉਂਕਿ ਐਫ ਕਿਸ ਚੀਜ਼ 'ਤੇ ਡਿਪੈਂਡ ਕਰਦਾ? ਐਕਸ 'ਤੇ। ਦੇਅਰਫੋਰ ਜਦੋਂ ਅਸੀਂ ਵਰਡ ਇਨਫਿਨਾਈਟੈਸੀਮਲੀ ਸਮਾਲ ਲੈਂਦੇ ਆ ਤਾਂ ਇੱਕ ਤਰੀਕੇ ਨਾਲ ਅਸੀਂ ਫਿਕਸ ਕਰ ਦਿੰਦੇ ਆ ਵੀ ਇਹ ਐਕਸਟੈਂਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ ਜਿਹਦੇ ਨਾਲ ਅਸੀਂ ਕਹਿ ਸਕੀਏ ਵੀ ਐਫ ਦੀ ਵੈਲਿਊ ਲਗਾਤਾਰ ਐਸ ਐਕਸਟੈਂਸ਼ਨ ਹੁੰਦੇ ਹੋਏ ਵੀ ਚੇਂਜ ਹੋ ਰਹੀ ਹੈ। ਦੈਟ ਇਜ਼ ਇਨਫਿਨਾਈਟੈਸੀਮਲੀ ਸਮਾਲ। ਜਿਹੜੀ ਚੋਇਸ ਆ ਸਾਡੀ, ਉਹ ਸਾਨੂੰ ਅਲਾਓ ਕਰਦਾ ਹੈ ਵੀ ਤੁਸੀਂ ਇੰਨੀ ਕੁ ਡਿਸਪਲੇਸਮੈਂਟ ਦੇ ਲਈ ਦੇ ਦੌਰਾਨ ਜਿਹੜੀ ਰਿਸਟੋਰਿੰਗ ਫੋਰਸ ਦੀ ਵੈਲਿਊ ਨੂੰ ਤੁਸੀਂ ਕਾਂਸਟੈਂਟ ਰੱਖ ਸਕਦੇ ਹੋ। ਇਸ ਕਰਕੇ ਜਿਹੜਾ ਵਰਕ ਹੈ ਐਫ ਡਾਟ ਸਮਾਲ ਅਮਾਊਂਟ ਆਫ ਵਰਕ ਡਨ, ਵਰਕ ਇਹਦੇ ਬਰਾਬਰ ਹੁੰਦਾ ਹੈ ਫੋਰਸ ਤੇ ਡਿਸਪਲੇਸਮੈਂਟ ਦਾ ਡਾਟ ਪ੍ਰੋਡਕਟ ਐਫ ਡਾਟ dx। dx ਡਿਸਪਲੇਸਮੈਂਟ ਦੇ ਦੌਰਾਨ ਐਫ ਨੂੰ ਅਸੀਂ ਕਾਂਸਟੈਂਟ ਲੈ ਲਿਆ, ਕਿਉਂਕਿ dx ਨੂੰ ਅਸੀਂ ਬਹੁਤ ਛੋਟਾ ਲੈ ਲਿਆ, ਇਨਫਿਨਾਈਟੈਸੀਮਲੀ ਸਮਾਲ ਲੈ ਲਿਆ। ਪਰ ਦੋਨਾਂ 'ਚ ਐਂਗਲ ਕਿੰਨਾ ਹੈ? 180 ਡਿਗਰੀ। ਐਫ ਅੰਦਰ ਨੂੰ ਹੈ, ਐਕਸਟੈਂਸ਼ਨ ਬਾਹਰ ਨੂੰ ਹੈ। ਇਸ ਕਰਕੇ ਇੱਥੇ cos ਥੀਟਾ ਹੁੰਦਾ ਹੈ, cos 180 -1 ਮਾਈਨਸ ਐਫ dx, ਮਾਈਨਸ ਸਾਈਨ ਐਫ ਦੀ ਵੈਲਿਊ ਕੀ ਹੈ? ਮਾਈਨਸ kx dx। ਇੱਥੇ ਅਸੀਂ ਸਾਈਨ ਦਿਖਾਏ ਹੋਏ ਵੀ ਐਫ ਇਸ ਪਾਸੇ ਹੈ, dx ਬਾਹਰ ਨੂੰ, ਐਂਗਲ 180 ਹੈ। ਇਸ ਕਰਕੇ ਆ ਜਿਹੜਾ ਨੈਗੇਟਿਵ ਸਾਈਨ ਇਟ ਇਜ਼ ਡਿਊ ਟੂ ਦਾ ਡਾਟ ਪ੍ਰੋਡਕਟ cos 180। ਇੱਥੋਂ ਸਾਡੇ ਕੋਲ kx dx ਇਹ ਹੋ ਗਿਆ ਸਮਾਲ ਅਮਾਊਂਟ ਆਫ ਵਰਕ ਜਿਹੜਾ ਰਿਸਟੋਰਿੰਗ ਫੋਰਸ ਨੇ ਕੀਤਾ ਅਗੇਂਸਟ ਐਕਸਟੈਂਸ਼ਨ dx। ਪਰ ਸਪਰਿੰਗ ਤਾਂ ਆਲਰੇਡੀ 0 ਤੋਂ ਇੱਥੇ ਉਹਦੀ 0 ਐਕਸਟੈਂਸ਼ਨ ਸੀ, ਇੱਥੇ x ਹੋ ਚੁੱਕੀ ਹੈ। ਇਸ ਪੋਜੀਸ਼ਨ ਤੋਂ ਇੱਥੇ ਆਉਂਦਿਆਂ ਵੀ ਤਾਂ ਰਿਸਟੋਰਿੰਗ ਫੋਰਸ ਨੇ ਵਰਕ ਕੀਤਾ। ਉਹ ਜਿਹੜਾ ਵਰਕ ਹੈ that gets converted into potential energy। ਉਹ potential energy ਕਦੋਂ ਹੋਏਗੀ? ਜਦੋਂ ਸਪਰਿੰਗ ਦੀ ਜਿਹੜੀ ਲੈਂਥ ਹੈ ਐਕਸਟੈਂਡ ਹੋ ਕੇ ਇੱਥੇ ਨਹੀਂ ਪਹੁੰਚ ਜਾਂਦੀ, ਜਦੋਂ ਉਹਦੇ ਵਿੱਚ ਐਕਸਟੈਂਸ਼ਨ ਨਹੀਂ ਹੋ ਜਾਂਦੀ। ਇਸ ਕਰਕੇ ਅਸੀਂ ਇੰਨੀ ਕੁ ਇਨਫਿਨਾਈਟੈਸੀਮਲੀ ਸਮਾਲ ਐਕਸਟੈਂਸ਼ਨ ਲਈ ਵਰਕ ਕੈਲਕੂਲੇਟ ਕੀਤਾ ਹੈ। ਉਸ ਨੂੰ ਅਸੀਂ ਉਹਦੀ ਅਸੀਂ ਇੰਟੈਗਰੇਸ਼ਨ ਕਰਾਂਗੇ ਟੂ ਫਾਈਂਡ ਵਰਕ ਡਨ ਫਾਰ ਐਨੀ extension। ਕਿਉਂਕਿ ਜਿਹੜਾ ਮੈਥਡ ਆਫ ਇੰਟੈਗਰੇਸ਼ਨ ਹੈ it helps us to find a total work done from
वन पोजीशन टू अनदर पोजीशन। इत्थे पहली पोजीशन साडी की है 0, जदों एक्सटेंशन 0 सी। फाइनल किहड़ी है जदों एक्सटेंशन इत्थे स्प्रिंग दे नाल मास अटैच किया इत्थे पहुँच जाता है। मतलब असीं 0 एक्स की वैल्यू 0 तो जदों एक्स लै लांगे ये साडा जिहड़ा फोर्स का वर्क की होएगा जिहड़ा उहने कीता जिस दे दौरान जिहड़ा मास है मीन चों निकल के इत्थे नहीं आ जाता है। मतलब स्प्रिंग की लेंथ चेंज नहीं हो जाती बाई एक्स। ये जिहड़ा वर्क है विच इज़ डन बाय द रिस्टोरिंग फोर्स इट इज़ नॉट वेस्टड। ये वर्क ये स्प्रिंग मास दे कोल ये सिस्टम दे कोल ਉਹਦੀ एनर्जी पोटेंशियल एनर्जी बन के स्टोर हो जाता है। उस पोटेंशियल एनर्जी की वो हैल्प करती है। हैल्प के नाल जिहड़ा स्प्रिंग है बाद दे विच मीन वल नूं अपने आप वापस आउंदा है। देयरफॉर टोटल वर्क किवें कढदे आ इस रिलेशन तो बाय इंटैग्रेशन। टोटल वर्क W इज इक्वल टू इंटैग्रेशन ऑफ dW फ्रॉम x इक्वल 0 to x। dW साडे कोल की है kx dx। k is constant, x dx की डिफरेंशिएशन इंटैग्रेशन की होगी x स्क्वायर अपॉन 2 हाफ k x स्क्वायर। अपर लिमिट x है इस करके x स्क्वायर, लोअर लिमिट 0। अल्टीमेटली साडे कोल की आ गया वर्क हाफ k x स्क्वायर। देयरफॉर हाफ k x स्क्वायर वर्क इट इज़ द वर्क डन बाय द रिस्टोरिंग फोर्स। किन्नी एक्सटेंशन दे दौरान जदों एक्सटेंशन एक्स हो जाती है। यही वर्क की बन जाता है पोटेंशियल एनर्जी ऑफ द स्प्रिंग जदों उहदे विच किन्नी एक्सटेंशन बनी हुई है एक्स एक्सटेंशन बनी हुई है। देयरफॉर पोटेंशियल एनर्जी स्टोर्ड इन द गलती नाल सॉरी ये कैपेसिटर नहीं है इट इज़ नॉट अ कैपेसिटर इट इज पोटेंशियल एनर्जी स्टोर्ड इन द स्प्रिंग लिखना सी इत्थे it should be spring। this is potential energy stored in the capacitor नहीं है it must be spring SPRING। Therefore, it should be read as potential energy stored in the spring। This is half k x square। Half k, what is x? What is x? C cos omega t plus phi naught। की बन गया पोटेंशियल एनर्जी एक्सप्रेशन की बन गया हाफ k c स्क्वायर cos स्क्वायर ओमेगा t plus phi naught। साढ़े कोल कनेटिक एनर्जी दी एक्सप्रैशन ये आ गया पोटेंशियल एनर्जी लिए ये आ गया। नाउ वी कैन फाइंड टोटल मैकेनिकल एनर्जी। दोनों का सम कर दिए दोने जिहड़ियां कंपोनेंट्स ने जे असीं सम करिए तो हाफ के सी स्केयर इत्थों आ गया इनटू दिस फैक्टर साइन स्केयर ओमेगा टी प्लस फाई नॉट। यूपी साढ़े कोल पोटेंशियल एनर्जी का इत्थों आ जाएगा दोनों के विचों हाफ के सी स्केयर कॉमन ब्रैकेट के अंदर की हो जाएगा sin square plus cos square whose value is 1। therefore mechanical energy is equal to half k c square। k is constant, c is amplitude, it is also constant। therefore mechanical energy ਜਿਹੜਾ expression it is independent of time। ਇਹਦਾ ਮਤਲਬ ਬੜਾ physical significance ਹੈ ਇਸ ਰਿਲੇਸ਼ਨ ਦਾ ਵੀ ਕੋਈ ਵੀ ਇਨਸਟੈਂਟ ਲੈ ਲਓ ਉਹ ਤੇ ਟੋਟਲ ਜਿਹੜੀ ਮਕੈਨੀਕਲ એનર્ਜੀ ਹੈ ਉਸ ਟਾਈਮ ਤੋਂ ਇੰਡੀਪੈਂਡੈਂਟ ਹੈ। ਮਤਲਬ ਟੋਟਲ ਮਕੈਨੀਕਲ એનર્ਜੀ ਕੀ ਹੋਏਗੀ ਦੈਟ ਵਿਲ ਬੀ ਕੌਨਸਟੈਂਟ। कई बुक्स के इस के नूं एक जर्नल सिंबल S लिया जाता है उत्ते स्टिफनेस कॉन्सटेंट कहा जाता है तो C नूं कई बुक्स के A सिंबल लिया जाता है। इस करके कई जगह तुसीं इस रिलेशन नूं इस तरह भी देखोगे हाफ S A स्केयर। तुसीं याद रखना जिहड़ा K जां S है ये स्टिफनेस कॉन्सटेंट है। इहदी वैल्यू कित्थों दी किहदे बराबर है K अपॉन M की वैल्यू ओमेगा नॉट स्केयर। इफ वी रिकॉल रेशो ऑफ k बाई एम इत्थे दिखाई हुई है k बाई एम इज इक्वल टू ओमेगा स्केयर। तो तुहाडे कोले k नूं तुसीं किवें लिख सकते हो m ओमेगा स्केयर इत्थे तुसीं हाफ m ओमेगा स्केयर c स्केयर भी लिख सकते हो। ये सारी चीज़ की होगी दैट विल बी कॉन्सटेंट।
ਹੁਣ ਅਸੀਂ ਇੰਸਟੈਂਟੇਨੀਅਸ ਵੈਲਿਊਜ਼ ਪਤਾ ਕਰ ਲਈਆਂ। We have calculated, we have derived the relations for expressions for instantaneous kinetic energy expression है, ये kinetic energy at any time t। इसी तरीके दे नाल ये potential energy कदों है at time t। Now on the next page we shall find average values of kinetic energy and potential energy। Therefore on the page number 9 we have discussed or we shall discuss average values of kinetic energy, mechanical energy and kinetic energy, potential energy and mechanical energy। The instantaneous value of any parameter, इस केस के विच पैरामीटर की है kinetic energy, potential energy। द इंस्टैंटेनियस वैल्यू किसी एक इंस्टेंट ते कोई भी पैरामीटर की जी वैल्यू होंगी है, मैगनीट्यूड होंगे है, वो की रिप्रजेंट करता है वैल्यू पर यूनिट टाइम। जिवें असीं पिछले पेज से किनेटिक एनर्जी का एक्सप्रैशन ड्राइव किया, तो मतलब की है किनेटिक एनर्जी किसी एक इंस्टेंट ते किसी भी टाइम ते पर यूनिट टाइम होएगा। वो यूनिट टाइम एक यूनिट टाइम जे साडी स्केल सैकेंड दे विच मैजर करन दी है, सैकेंड दे विच सकिंटां दे विच समय नूं असीं मैजर कर रहे हैं, तो साडा पर यूनिट टाइम एक यूनिट टाइम की होगा 1 सैकेंड। जे साडी मैथड ऑफ मैजरमेंट ऑफ टाइम सपोज असीं घंटिਆਂ 'ਚ गल कर रहे हैं, साडी कोई ट्रैवल हिस्टरी है, असीं ट्रैवल कर रहे हैं, ਜਾਂ कोई एक पेंडुलम है ਜਾਂ एक स्प्रिंग है, असीं ਉਹਦਾ ਜਿਹੜਾ टाइम है सपोज वो घंटिਆਂ ਦੇ ਵਿੱਚ है, सपोज एक हाइपोथेटिकल सिचुएशन असीं कंसिडर कर लीए, तो उत्थे यूनिट टाइम का की मतलब होएगा, इस यूनिट टाइम का 1 आवर। जे साडे कोल होर कोई स्केल होवे, सपोज दिनां 'ਚ टाइम नूं नोट करिए, उत्थे यूनिट टाइम की होगा 1 डे एंड सो ऑन। देयरफॉर असीं एक बार फिर रीड करते हैं, द इंस्टैंटेनियस वैल्यू ऑफ एनी पैरामीटर is the magnitude of that parameter per unit time around that instant. So the value of that parameter over time interval dt can be calculated by multiplying instantaneous value with time interval। ये जी सारा पैराग्राफ है वो चीज़ सानू इस रिलेशन तो पता लगेगी, ये सारी चीज़ का मीनिंग सानू इत्थों पता लगेगा। असीं पहली लाइन दे विच की लिख रहे हैं, kinetic energy of the oscillator over time interval dt। इस रिलेशन तुसीं इत्थों तक असीं पिछले पेज ते डिस्कस कीता है, जित्थों दी मैं अपने जिहड़ा एरो घुमा रहे हैं, ये की चीज़ क्या है, ये हैगी है kinetic energy इंस्टैंटेनियस kinetic energy की हुंदी है kinetic energy पर यूनिट टाइम। जे असीं dt ਨਾਲ ਇਹਨੂੰ ਮਲਟੀਪਲਾਈ ਕਰਤਾ, ਇਹ ਕਿਨੈਟਿਕ એનર્ਜੀ ਬੋਡੀ ਕੋਲ ਕਿੰਨੇ ਟਾਈਮ ਤੇ ਹੈ, ਕਿੰਨੇ ਟਾਈਮ ਇੰਟਰਵਲ ਤੇ ਆ, dt ਟਾਈਮ ਇੰਟਰਵਲ ਲਈ ਸਾਨੂੰ ਪਤਾ ਲੱਗ ਗਈ। therefore kinetic energy of the oscillator over time interval dt is equal to half kc square sin square omega t phi naught। मैं फिर रिपीट करदा, आ ਜਿਹੜਾ फैक्टर है ये की है इंस्टैंटेनियस kinetic energy। बहुत छोटा टाइम इंटरवल कंसिडर किया, वो जो मल्टीप्लाई करता तो सारा जोड़ा फैक्टर है की बन गया किनेटिक एनर्जी ऑफ द ऑसिलेटर ओवर टाइम इंटरवल dt। ओवर टाइम इंटरवल dt आ कला फैक्टर की सीगा, किनेटिक एनर्जी पर यूनिट टाइम, इंस्टैंटेनियस वैल्यू ऑफ किनेटिक एनर्जी। इट वाज इंस्टैंटेनियस वैल्यू ऑफ किनेटिक एनर्जी की होंगी है किनेटिक एनर्जी पर यूनिट टाइम। जे असीं dt नाल मल्टीप्लाई करता, एक ही बन गया सारा किनेटिक एनर्जी ओवर ए टाइम इंटरवल dt। एक बहुत छोटा टाइम इंटरवल सीगा, हुण असीं अपने टाइम इंटरवल नूं थोड़ा फिनाइट कर रहे हैं, वड्डा बना रहे हैं। वो जिहड़ा टाइम इंटरवल होएगा दैट कैन बी सब डिवाइडेड इनटू ए नंबर ऑफ स्मॉलर एंड स्मॉलर टाइम इंटरवल ऑफ साइज dt। हरेक टाइम इंटरवल ते असीं किनेटिक एनर्जी
कैलकुलेट करिए फिर सारे नूं ऐड करिए सानूं पूरे टाइम इंटरवल ते किनेटिक एनर्जी मिल जाएगी। ये सारा काम सानूं कौन सिखाउंदा है? दिस कैन बी डन बाय द मैथड ऑफ इंटैग्रेशन। देयरफॉर एक टाइम इंटरवल ਲਈ ਅਸੀਂ बहुत छोटे टाइम इंटरवल ਦੇ ਲਈ we have calculated, we have expressed kinetic energy over a very small infinitesimally small time interval। ਹੁਣ ਅਸੀਂ ਐਵੇਂ ਐਕਸਪ੍ਰੈਸ ਕੀਤਾ ਹੈ। ਹੁਣ ਅਸੀਂ ਫਿਨਾਈਟ ਇੰਟਰਵਲ ਲਈ ਕੱਢਣਾ ਹੈ। ਸਪੋਜ਼ ਅਸੀਂ ਚੂਜ਼ ਕੀਤਾ ਹੈ ਉਹ ਟਾਈਮ ਜਿੰਨਾ ਇਸ ਔਸੀਲੇਟਰ ਦਾ ਟਾਈਮ ਪੀਰੀਅਡ ਹੈ, ਸੇ ਕੈਪੀਟਲ ਟੀ, ਉਹ ਟਾਈਮ ਪੀਰੀਅਡ ਦੇ ਅੰਦਰ ਆ ਛੋਟੇ ਛੋਟੇ ਇੰਟਰਵਲ ਬੜੇ ਆ ਜਾਣਗੇ। ਵੀ ਕੈਨ consider a number of such smaller and smaller time interval in this time interval। t a finite है, t ਦਾ ਸਾਈਜ਼ finite ਹੈ, ਇਹ dt ਦਾ ਸਾਈਜ਼ ਕੀ ਹੈ? infinitesimally small। ਦੋਨਾਂ 'ਚ ਫਰਕ, we have to see the distinction। this t is of finite size, this dt is infinitesimally small size। ਅਸੀਂ ਪਹਿਲਾਂ ਇਸ ਇੰਟਰਵਲ ਤੇ ਕਿਨੈਟਿਕ એનર્ਜੀ ਦੀ ਵੈਲਿਊ ਲਿਖੀ ਹੈ, ਇਸ ਇੰਟਰਵਲ ਲਈ ਕਿੰਨੀ ਹੋਏਗੀ। ਇੱਥੋਂ ਫਿਨਾਈਟ ਇੰਟਰਵਲ ਦੇ ਕੱਢਣ ਲਈ ਕੀ ਕਰਾਂਗੇ? ਅਸੀਂ ਇਸ ਚੀਜ਼ ਨੂੰ ਇੰਟੈਗਰੇਟ ਕਰ ਦਿੱਤਾ ਹੈ ਫਰੋਮ 0 ਟੂ t। ਮਤਲਬ ਕੀ ਹੈ ਵੀ ਆ ਪੂਰੇ ਟਾਈਮ ਇੰਟਰਵਲ ਦੇ ਵਿੱਚ ਅਸੀਂ ਛੋਟੇ ਛੋਟੇ ਟਾਈਮ ਇੰਟਰਵਲਾਂ ਤੇ ਇੰਡੀਵਿਜੂਅਲੀ ਕਿਨੈਟਿਕ એનર્ਜੀ ਕੱਢੀਏ ਫਿਰ ਸਾਰਿਆਂ ਨੂੰ ਐਡ ਕਰੀਏ। ਦੈਟ ਵਿਲ ਗਿਵ ਅਸ total kinetic energy over the time interval t by method of integration। sign of integration ਦੇ ਅੰਦਰ ਕੀ ਹੈ? kinetic energy over infinitesimally small time interval dt। ਅਸੀਂ ਇਹਨੂੰ ਇੰਟੈਗਰੇਟ ਕੀਤਾ from 0 to t ਤਾਂ ਇਹ ਸਾਰਾ ਐਕਸਪ੍ਰੈਸ਼ਨ ਕੀ ਦੇਗਾ ਸਾਨੂੰ? total kinetic energy over the time interval t। ਇੱਕ t ਇੰਟਰਵਲ ਤੇ ਸਾਨੂੰ ਪੂਰੀ ਦੀ ਪੂਰੀ kinetic energy ਮਿਲ ਜਾਏਗੀ। ਜੇ ਅਸੀਂ ਟੋਟਲ ਨੂੰ ਟੀ ਨਾਲ ਡਿਵਾਈਡ ਕਰ ਦਿਆਂਗੇ ਉਹ ਸਾਡੀ ਐਵਰੇਜ ਵੈਲਿਊ ਆ ਜਾਏਗੀ ਕਿਨੈਟਿਕ એનર્ਜੀ ਦੀ। ਅਸੀਂ ਉਹੀ ਕੀਤਾ ਇੱਥੇ, ਐਵਰੇਜ ਕਿਨੈਟਿਕ એનર્ਜੀ ਓਵਰ ਟਾਈਮ ਇੰਟਰਵਲ ਟੀ। ਉਸ ਟਾਈਮ ਇੰਟਰਵਲ ਤੇ ਟੋਟਲ એનર્ਜੀ ਕਿੰਨੀ ਹੈ? तो डिवाइडेड बाय टोटल टाइम इंटरवल इस सानू एवरेज किनेटिक एनर्जी मिलेगी इतों। दिस इज मीर ए मैथीमैटिकल वर्क। ये टी नूं असीं इत्थे लिख लिया, हाफ के सी स्केयर कॉमन आ गया, सिर्फ अंदर की रह गया साइन स्केयर ओमेगा टी प्लस फाई नॉट डी टी। इनू इंटैग्रेट करने लिए सानू चेंज करना पेगा सिंपल साइनोसोइडल फंक्शन दे जां कोसाइन फंक्शन दे विच। इहदे लई फार्मूला की हुंदा है साइन स्केयर इक्वल टू 1 - 2 cos अपॉन टी। असीं आ फार्मूला ला के साइन स्केयर नूं इहदे विच कन्वर्ट कर दिता है, 2 फैक्टर बाहर आ जांदा है, 1/4 बन जाएगा। इहदियां दो कंपोनेंट्स ब्रैक दो बन गए इहदे पार्ट्स। इंटैग्रेशन ऑफ डी टी 1 × dt माइनस इंटैग्रेशन ऑफ कॉस ऑफ 2 ओमेगा टी प्लस फाई नॉट डी टी। देयरफॉर साडे कोले दो टर्म्स बन गई। आ फैक्टर असीं उस तरह ही बाहर लै चुके हैं। यदि इंटैग्रेशन की टी लिमिट 0 to t, क्योंकि कॉस फंक्शन है भी यदि वैल्यू कित्थे लै रहे हैं टाइम पीरियड ते, चाहे साइन फंक्शन होवे चाहे कॉस फंक्शन होवे, चाहे इत्थे कॉस सिंपल 2 ना हुंदा, चाहे इत्थे 2 है जां इत्थे कॉस 4 है। एक कॉस फंक्शन है, कोसाइन फंक्शन है। कोसाइन फंक्शन होवे ओवर टाइम पीरियड की एवरेज वैल्यू कितनी होंदी है 0 होंदी है, क्योंकि दो हाफ दे विच डिवाइड किया होंदा, एक पॉजिटिव हाफ तो एक इक्वलेंट नैगेटिव हाफ। ओवर द टाइम इंटरवल कोसाइन या साइन फंक्शन की वैल्यू कितनी होंदी है 0 होंदी है। वैसे भी तुसीं जे तुसीं इंटैग्रेट करो कॉस की इंटैग्रेशन साइन आ जाएगी। तुसीं लिमिट पुट करोगे टी की वैल्यू टी पुट करोगे तो तुहाडे कोल ओमेगा टी आ जाएगा। अल्टीमेटली वो वैल्यू भी तुहाडे कोल अखीर दे विच 0 बन जानी है। देयरफॉर वी गेट कंट्रीब्यूशन फ्रॉम दिस टर्म ओनली। इतों टी आ जाएगा, टी नाल टी कैंसल हो जाएगा, इट इज़ 1/4 के सी स्क्वायर, टी नाल टी कैंसल हो गया। देयरफॉर वट वी गेट एवरेज किनेटिक एनर्जी ओवर द टाइम इंटरवल। कितना किहड़ा टाइम इंटरवल है? टाइम इंटरवल इक्वल टू टाइम पीरियड, इट इज़ 1/4 के सी स्क्वायर विच इज़ इंडिपेंडेंट ऑफ टाइम। ये जिहड़ा एक्सप्रैशन असीं कैलकुलेट किया है ये असीं टाइम इंटरवल नूं टी चूज किया सीगा, पर इस की देखते हैं इट इज़ इंडिपेंडेंट ऑफ टाइम। इसका मतलब
कोई भी टाइम इंटरवल ले लो, जी एवरेज कनेटिक एनर्जी होगी कि वैल्यू एवरेज कनेटिक एनर्जी ओवर एनी टाइम इंटरवल विल बी इंडिपेंडेंट ऑफ टी कितनी होएगी 1/4 kc²। सी की है वो सी की है एम्पलीट्यूड ऑफ दैट पर्टिकुलर ऑसीलेटर। देयरफॉर सिंबल असी यू के उपर एक बार चूज की है, इनू असी इस तरह सिंबल लवांगे, इट इज़ 1/4 kc²। सिमिलरली वी कैन फाइंड एवरेज पोटेंशियल एनर्जी ओवर द टाइम इंटरवल। जिस तरह असी एवरेज कनेटिक एनर्जी लिए लिखिया सी इत्थे एक्सप्रैशन एग्जैक्टली इत्थों असी एवरेज पोटेंशियल एनर्जी लिए लिखांगे। आ चीज़ की सीगा, ये सी इंस्टंटेनियस वैल्यू ऑफ पोटेंशियल एनर्जी dt ਨਾਲ ਮਲਟੀਪਲਾਈ ਕੀਤਾ पोटेंशियल एनर्जी ओवर ए टाइम इंटरवल dt विच इज़ इनफिनिटेसिमली स्मॉल। ਸਾਨੂੰ एक फाइनाइट इंटरवल ਤੇ टोटल ਮਕੈਨੀਕਲ एनर्जी चाहिए है, पोटेंशियल एनर्जी चाहिए, ਅਸੀਂ ਇਹਨੂੰ ਇੰਟੈਗਰੇਟ ਕਰ ਦਿੱਤਾ, उस टोटल ਨੂੰ t ਨਾਲ डिवाइड ਕੀਤਾ, ਸਾਡੇ ਕੋਲ ਕੀ ਰਹਿ ਗਿਆ एवरेज पोटेंशियल एनर्जी। बिल्कुल उस तरीके ਦੇ ਨਾਲ ਅਸੀਂ cos स्केयर ਨੂੰ 1 + cos 2 ω t + φ0/2 ਚ कन्वर्ट करके साढ़े को उस तरीके साढ़े को एक्सप्रैशन बन गया। अगेन वी गेट एवरेज पोटेंशियल एनर्जी UP 1/4 kc²। असी की देख रहे हैं, आ दोनों एक्सप्रैशन दे आर एग्जैक्टली सेम। देयरफॉर एवरेज किनेटिक एनर्जी इज इक्वल टू एवरेज पोटेंशियल एनर्जी। हरेक किहदे बराबर है 1/4 kc²। तो टोटल कढ़ना होवे वी हैव टू ऐड द टू टोटल। जे असीं टोटल दोनों का सम कर लियो किहड़ी एनर्जी बन जाएगी मैकेनिकल एनर्जी, उसकी एवरेज वैल्यू बन जाएगी। देयरफॉर एवरेज वैल्यू ऑफ मैकेनिकल एनर्जी किहदे बराबर होएगी टोटल एनर्जी दी, दोनों का सम इट विल बिकम ½ kc²। असीं इहनूं 2 नाल मल्टीप्लाई करिए, ये बन जाएगा 1/2। इसका मतलब 2 टाइम्स एवरेज पोटेंशियल एनर्जी, 2 टाइम्स एवरेज पोटेंशियल एनर्जी किहदे बराबर होंदी है टोटल एनर्जी दे। दिस इज द रिलेशन बिटवीन टोटल मैकेनिकल एनर्जी एंड एवरेज वैल्यू ऑफ पोटेंशियल एनर्जी और एवरेज वैल्यू ऑफ किनेटिक एनर्जी। असीं इहनूं किवें भी एक्सप्रैस कर सकते हैं। इत्थे असीं टोटल एनर्जी इज इक्वल टू ½ kc², इनू असीं तोड़ के लिख लिया ½ kc²। दिस इज ½ ऑफ kc² इज इक्वल टू एवरेज किनेटिक एनर्जी ओवर एवरेज पोटेंशियल एनर्जी। Up to this discussion we have taken into consideration instantaneous kinetic energy, instantaneous potential energy, their average values। हुण तक का जिहड़ा डिस्कशन है it is related to a mechanical oscillator। in the next जिहड़ा lecture है we shall discuss electrical oscillator energies, उन्हां दे expression की होणगे ते उन्हां दीयां जिहड़ियां टोटल जिहड़ी एनर्जी वो की होएगी। I shall be discussing in the next lecture। So thank you once again। I hope in case of any problem you will not hesitate to make any kind of query।